सलोक काम क्रोध अर लोभ मोह बिनस जाए अहमेव नानक प्रभ शरणागति कर प्रसाद गुरदेव। ਜਦੋਂ ਅਸੀਂ ਮੁੱਖ ਤੌਰ ਦੇ ਉੱਤੇ ਮਨੁੱਖਤਾ ਦੀ ਬੁਨਿਆਦੀ ਕਮਜ਼ੋਰੀ ਦੇ ਵੱਲ ਵੇਖਦੇ ਹਾਂ ਵੀ ਜਿਹੜੀਆਂ ਚੀਜ਼ਾਂ ਸਾਡੇ ਅੰਦਰ ਹੋਣੀਆਂ ਵੀ ਚਾਹੀਦੀਆਂ ਨੇ ਪਰ ਜੇ ਲੋੜ ਤੋਂ ਜ਼ਿਆਦਾ ਹੋ ਜਾਣ ਤੇ ਫਿਰ ਦਿੱਕਤ ਪੈਦਾ ਕਰ ਦਿੰਦੀਆਂ ਨੇ ਸਾਡੇ ਲਈ। ਉਹਨਾਂ ਨੂੰ ਜ਼ਿਆਦਾ ਲਫ਼ਜ਼ਾਂ ਦੇ ਵਿੱਚੋਂ ਕੁਝ ਕੁ ਲਫ਼ਜ਼ਾਂ ਦੇ ਵਿੱਚ ਬੋਲ ਦਿੱਤਾ ਜਾਂਦਾ ਹੈ। ਇੱਦਾਂ ਕਹਿ ਲਈਏ ਵੀ ਮਨੁੱਖਤਾ ਦੀਆਂ 5 ਬੁਨਿਆਦੀ ਕਮਜ਼ੋਰੀਆਂ ਨੇ, ਹਰ ਇੱਕ ਬੰਦੇ ਦੇ ਅੰਦਰ ਹੁੰਦੀ ਹੈ। ਕਿਸੇ ਦੇ ਅੰਦਰ ਇੱਕ ਚੀਜ਼ ਜ਼ਿਆਦਾ ਹੁੰਦੀ ਹੈ, ਕਿਸੇ ਦੇ ਅੰਦਰ ਇੱਕ ਚੀਜ਼ ਘੱਟ ਹੁੰਦੀ ਹੈ, ਹੁੰਦੀਆਂ ਜ਼ਿਆਦਾ ਨੇ। ਉਹਨੂੰ ਲਗਭਗ ਜਿਹੜਾ ਸਾਡਾ ਧਾਰਮਿਕ ਸਾਹਿਤ ਹੈ ਉਹਨੇ ਆਹ 5 ਨਾਮ ਦਿੱਤੇ ਨੇ: ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਇਹ 5 ਨੇ। ਅਹਮੇਵ ਨੂੰ ਅਹੰਕਾਰ ਇਹ ਇਸ ਪਾਸੇ ਤੋਂ ਸ਼ਬਦ ਹੈ। ਔਰ ਜਿੱਦਾਂ ਫਿਰ ਕਹਿ ਦਈਏ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਤਾਂ ਹੀ ਉਹ ਸਾਡੇ ਸਰੀਰ ਦੇ ਅੰਦਰ ਆਈ ਹੈ। ਜੇ ਜ਼ਰੂਰਤ ਨਹੀਂ ਹੈ ਤੇ ਉਹਦੀ ਸਾਨੂੰ ਸਰੀਰ ਦੇ ਵਿੱਚ ਹੁੰਦੀ ਵੀ ਨਾ। ਪਰ ਜੋ ਅਸੀਂ ਗੱਲ ਪੜ੍ਹਦੇ ਹਾਂ ਵੀ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਉਹ ਦਿੱਕਤ ਪੈਦਾ ਕਰ ਦਿੰਦੀ ਹੈ। ਸਾਨੂੰ ਪਤਾ ਹੋਵੇ ਵੀ ਅਸੀਂ ਕੌਣ ਹਾਂ, ਇਸ ਕਰਕੇ ਸਾਡਾ ਅਹੰ ਸਾਡੇ ਅੰਦਰ ਹੋਣਾ ਜ਼ਰੂਰੀ ਹੈ। ਪਰ ਮੈਂ ਹੀ ਹਾਂ ਇਸ ਦੁਨੀਆ ਦੇ ਵਿੱਚ, ਬਾਕੀ ਕੋਈ ਹੈ ਹੀ ਨਹੀਂ। ਇੱਥੇ ਹੰਕਾਰ ਬਣ ਜਾਂਦਾ ਹੈ। ਫਿਰ ਇੱਦਾਂ ਹੀ ਪੈਦਾਇਸ਼ ਅੱਗੇ ਤੋਰਨ ਦੇ ਲਈ ਕਾਮ ਦੀ ਜ਼ਰੂਰਤ ਹੈ, ਪਰ ਕਾਮ ਇੰਨਾ ਅੰਨਾ ਕਰ ਦੇਵੇ ਬੰਦੇ ਨੂੰ ਵੀ ਬੰਦਾ ਕਿਸੇ ਦੇ ਬਾਰੇ ਸੋਚੇ ਹੀ ਨਾ, ਤੇ ਉਹਦਾ ਕਾਮ ਹੀ ਉਹਨੂੰ ਜੇਲ੍ਹ ਤੱਕ ਲੈ ਜਾਵੇ, ਬਦਨਾਮ ਕਰਵਾ ਦੇਵੇ। ਤੇ ਮਰਦ ਕਹਿੰਦੇ ਨੇ ਫਿਰ ਇਹ ਚੀਜ਼ ਬੁਰੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਗੁੱਸਾ ਹੈ। ਸਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਹੈ, ਇਹ ਪੱਕੀ ਗੱਲ ਹੈ, ਪਰ ਇੱਦਾਂ ਵੀ ਨਹੀਂ ਹੋਣਾ ਚਾਹੀਦਾ ਨਾ ਵੀ 1 ਸੈਕਿੰਡ ਦੇ ਵਿੱਚ ਇੰਨਾ ਜ਼ਿਆਦਾ ਹਾਈਪਰ ਹੋ ਗਏ ਵੀ ਬਸ ਪਤਾ ਹੀ ਨਹੀਂ ਲੱਗਾ, ਆਪਣਾ ਤਵਾਜ਼ਨ ਖੋ ਲਿਆ। ਆਪਣਾ ਇੰਨਾ ਜ਼ਿਆਦਾ ਗੁੱਸਾ ਸਾਡੇ ਮਨ 'ਚ ਆ ਗਿਆ ਵੀ ਸਾਨੂੰ ਆਪਣੀ ਹੋਸ਼ ਹੀ ਭੁੱਲ ਗਈ ਵੀ ਮੈਂ ਕੀ ਹਾਂ। ਉਹ ਇਹਨੂੰ ਥੋੜ੍ਹਾ ਜਿਹਾ ਨਾ ਟੈਂਪਰੇਰੀ ਮੈਡਨੈਸ ਕਿਹਾ ਜਾਂਦਾ ਵੀ ਟੈਂਪਰੇਰੀ ਤੌਰ ਦੇ ਉੱਤੇ ਅਸੀਂ ਪਾਗਲ ਹੋ ਜਾਂਦੇ ਹਾਂ। ਔਰ ਇਹ ਸਾਰੇ ਹੀ ਹੁੰਦੇ ਨੇ। ਕੋਈ ਦੂਸਰਾ ਹੁੰਦਾ ਫਿਰ ਅਸੀਂ ਵੇਖਦੇ ਹਾਂ, ਜਦੋਂ ਸਾਡੇ ਉੱਤੇ ਹੁੰਦਾ ਹੈ ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਉੱਤੇ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ। ਕਈਆਂ ਦਾ ਬਹੁਤ ਜ਼ਿਆਦਾ ਪ੍ਰਬਲ ਹੈ ਗੁੱਸਾ, ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ, ਬਸ ਇੱਕ ਅੱਧੀ ਕੋਈ ਗੱਲ ਕਹਿ ਦਿੱਤੀ ਤੇ ਫਿਰ ਉਹਨਾਂ ਨੂੰ ਭਾਵੇਂ ਜੇਕਰ ਚੁੱਪ ਨਾ ਕਰਾਓ ਤੇ ਉਹ ਅੱਧਾ ਪੌਣਾ ਘੰਟਾ ਸੌਖਾ ਲਾ ਜਾਂਦੇ ਨੇ। ਇੰਨਾ ਗੁੱਸਾ ਉਹਨਾਂ ਨੂੰ ਆਉਂਦਾ ਕਿਉਂਕਿ ਜ਼ਿਆਦਾ ਹੋ ਗਿਆ ਜ਼ਿੰਦਗੀ ਦੇ ਵਿੱਚ। ਇਸੇ ਤਰ੍ਹਾਂ ਲੋਭ, ਲਾਲਚ, ਕਈਆਂ ਦਾ ਲਾਲਚ ਉਹਨੂੰ ਵੇਖੋ ਕਿੱਥੋਂ ਕਿੱਥੋਂ ਤੱਕ ਲੈ ਗਿਆ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਮਾਲਕ ਨੇ ਕਿਰਪਾ ਕੀਤੀ, ਚੰਗੀਆਂ ਕੁਰਸੀਆਂ 'ਤੇ ਬਿਠਾ ਦਿੱਤਾ ਤੇ ਫਿਰ ਨੌਕਰੀ ਕਰਨ ਲੱਗ ਪਏ ਤੇ ਇੰਨੇ ਲਾਲਚੀ ਹੋ ਗਏ ਵੀ ਲੋਕਾਂ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਤੇ ਚੰਗੇ ਭਲੇ ਰਿਟਾਇਰ ਵੀ ਨਹੀਂ ਫਿਰ ਹੋਣ ਦਾ ਮੌਕਾ ਮਿਲਿਆ, ਫਿਰ ਸਿੱਧੀ ਨੌਕਰੀ ਤੋਂ ਸਿੱਧਾ ਹੀ ਜੇਲ੍ਹ ਦੀ ਤੱਕ ਵਿੱਚ ਚਲੇ ਗਏ। ਕਿਹੜੀ ਚੀਜ਼ ਲੈ ਗਈ ਉਹਨਾਂ ਨੂੰ ਜੇਲ੍ਹ ਦੇ ਵਿੱਚ? ਲੋਭ ਲੈ ਗਿਆ ਉਹਨਾਂ ਦਾ, ਉਹਨਾਂ ਦੇ ਈਵਲ ਲੈ ਗਏ, ਜਿਹੜੇ ਸੀ ਕਮਜ਼ੋਰੀਆਂ ਲੈ ਗਈਆਂ। ਔਰ ਫਿਰ ਕਹਿ ਦੇਵਾਂ ਇੱਕ ਅੱਧੀ ਚੀਜ਼ ਸਾਡੇ ਅੰਦਰ ਹਾਵੀ ਹੁੰਦੀ ਹੈ, 5 ਕਦੇ ਹਾਵੀ ਨਹੀਂ ਹੁੰਦੇ। 5 ਦੇ ਵਿੱਚੋਂ ਇੱਕ ਹੀ ਜ਼ੋਰ ਪਾ ਰਿਹਾ ਹੁੰਦਾ। ਤੇ ਜੇ ਮਹਾਰਾਜ ਜੀ ਦੀ ਬਾਣੀ ਨੂੰ ਸਮਝ ਕੇ ਵੇਖੀਏ ਤੇ ਉਮਰ ਦੇ ਹਿਸਾਬ ਦੇ ਨਾਲ ਬੰਦੇ ਦੇ ਉੱਤੇ ਇਹ ਚੀਜ਼ਾਂ ਹਾਵੀ ਹੁੰਦੀਆਂ ਨੇ। ਕੁਝ ਖਾਸ ਉਮਰ ਤੱਕ ਕਾਮ ਬਹੁਤ ਤੰਗ ਕਰਦਾ ਹੈ, ਇਹ ਨਹੀਂ ਕਿ ਅੱਗੇ ਜਾ ਕੇ ਕਰਦਾ ਨਹੀਂ ਹੈ, ਪਰ ਖਾਸ ਉਮਰ ਦੇ ਵਿੱਚ ਕਾਮ ਜ਼ਿਆਦਾ ਤੰਗ ਕਰਦਾ ਹੈ। ਜਦੋਂ ਉਮਰ ਵੱਡੀ ਹੋਈ ਜਾਂਦੀ ਹੈ ਗੁੱਸਾ ਤੰਗ ਜ਼ਿਆਦਾ ਕਰਦਾ ਹੈ ਬੰਦੇ ਨੂੰ, ਫਿਰ ਗੁੱਸਾ ਆਉਣਾ ਜ਼ਿਆਦਾ ਸ਼ੁਰੂ ਹੋ ਜਾਂਦਾ ਹੈ। ਇਹ ਜਦੋਂ ਅਸੀਂ ਕਿਤੇ ਖੁੱਲ੍ਹ ਕੇ ਇਹਨਾਂ ਚੀਜ਼ਾਂ ਦੇ ਬਾਰੇ ਵਿਚਾਰ ਕਰਦੇ ਹਾਂ ਤੇ ਫਿਰ ਇਹ ਸਾਨੂੰ ਸਾਹਮਣੇ ਆਉਂਦੀਆਂ ਨੇ। ਫਿਰ ਹੈ ਮੋਹ, ਹਰ ਚੀਜ਼ ਦੇ ਉੱਤੇ ਪਕੜ ਬਣ ਜਾਣੀ ਵੀ ਆਹ ਵੀ ਚੀਜ਼ ਮੇਰੀ ਹੋ ਜਾਵੇ, ਆਹ ਵੀ ਚੀਜ਼ ਮੇਰੀ ਹੋ ਜਾਵੇ। ਤੇ ਜਾਂ ਫਿਰ ਇੰਝ ਲੱਗਣਾ ਵੀ ਇਹ ਆਪਣੇ ਮੋਹ ਦੀ ਖਾਤਰ ਕਿਸੇ ਦੂਸਰੇ ਦਾ ਗਲਾ ਵੀ ਕੱਟ ਦਿੱਤਾ ਜਾਵੇ, ਕਿਸੇ ਦੂਸਰੇ ਦਾ ਧੋਖਾ ਵੀ ਹੋ ਜਾਵੇ, ਮੈਨੂੰ ਮਤਲਬ ਨਹੀਂ, ਮੇਰੀ ਇਹ ਭੁੱਖ ਪੂਰੀ ਹੋਣੀ ਚਾਹੀਦੀ ਹੈ। ਇਹ ਕਿਤੇ ਨਾ ਕਿਤੇ ਜਾ ਕੇ ਇੱਕ ਦੂਸਰੇ ਦੇ ਵੈਸੇ ਪੂਰਕ ਹੋ ਜਾਂਦੇ ਨੇ। ਜਿੱਦਾਂ ਜੇ ਕਹਿ ਲਈਏ ਵੀ ਜਿਸ ਨੇ ਕਾਮ ਦੇ ਵਿੱਚ ਪੂਰਤੀ ਕਰ ਦਿੱਤੀ ਉਹਦੇ ਉੱਤੇ ਮੋਹ ਆ ਜਾਂਦਾ ਹੈ, ਜੇ ਨਹੀਂ ਕੀਤੀ ਤੇ ਉਹਦੇ ਉੱਤੇ ਕ੍ਰੋਧ ਆ ਜਾਂਦਾ ਹੈ। ਵਾਹਿਗੁਰੂ ਬਖਸ਼ ਲਵੇ। ਇਹ ਜਿਹੜੇ 5 ਈਵਲ ਨੇ, 5 ਕਮਜ਼ੋਰੀਆਂ ਨੇ ਸਾਡੇ ਅੰਦਰ, ਤੇ ਇਹਨੂੰ ਸਿਰਫ ਸਾਡੇ ਅੰਦਰ ਨਹੀਂ, ਪੂਰੀ ਮਨੁੱਖਤਾ ਦੇ ਅੰਦਰ ਹੀ ਨੇ।
ਇਹਨਾਂ ਨੂੰ ਮਹਾਰਾਜ ਕਹਿੰਦੇ ਨੇ ਵੀ ਇਹਨਾਂ ਨੂੰ ਸਾਧ ਕੇ ਰੱਖੋ, ਇਹਨਾਂ ਨੂੰ ਸੰਭਾਲ ਕੇ ਰੱਖੋ ਵੀ ਇਹਨਾਂ ਨੂੰ ਕਿਹੜੇ ਟਾਈਮ ਦੇ ਉੱਤੇ ਕਿਵੇਂ ਵਰਤਣਾ ਹੈ, ਇਹ ਵੱਧ ਨਾ ਜਾਣ ਜ਼ਿੰਦਗੀ ਦੇ ਵਿੱਚ। ਦਾਤਾਰ ਜੀ ਦਾ ਇੱਕ ਬਚਨ ਹੈ, ਸਤਿਗੁਰੂ ਜੀ ਦਾ ਸ਼ਬਦ ਕਈ ਵਾਰ ਪੜ੍ਹਿਆ ਜਾਂਦਾ ਹੁੰਦਾ ਹੈ, ਬਾਬਾ ਕਬੀਰ ਸਾਹਿਬ ਦਾ ਵੀ ਸ਼ਬਦ ਹੈ, ਏਕ ਕੋਟ ਪੰਚ ਸਿਕਦਾਰਾ ਪੰਜੇ ਮੰਗੇ ਹਾਲਾ। ਇਹ ਲਗਭਗ ਸਾਡੇ ਅੰਦਰੋਂ ਨਾ ਕੁਝ ਡਿਜ਼ਾਇਰ ਚੱਲਦੀ ਰਹਿੰਦੀ ਆ ਵੀ ਆਹ ਚੀਜ਼ ਹੋ ਜਾਵੇ, ਆਹ ਚੀਜ਼ ਹੋ ਜਾਵੇ। ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਇਹਨਾਂ ਪੰਜਾਂ ਦੇ ਉੱਤੇ ਸਾਰੀ ਜ਼ਿੰਦਗੀ ਚੱਲਦੀ ਪਈ ਆ। ਕੋਈ ਵੀ ਝਗੜਾ ਹੋਵੇਗਾ, ਕੋਈ ਵੀ ਘਟਨਾ ਹੋਵੇਗੀ, ਉਹਨਾਂ ਦੇ ਪਿੱਛੇ ਇਹਨਾਂ ਪੰਜਾਂ ਦੇ ਵਿੱਚੋਂ ਇੱਕ ਨਾ ਇੱਕ ਰੀਜ਼ਨ ਜ਼ਰੂਰ ਹੋਵੇਗਾ। ਚਾਹੇ ਕਿਸੇ ਦਾ ਗੁੱਸਾ ਹੋਵੇਗਾ, ਚਾਹੇ ਕਿਸੇ ਦਾ ਹੰਕਾਰ ਹੋਵੇਗਾ, ਹਾਂ ਈਰਖਾ, ਤ੍ਰਿਸ਼ਨਾ, ਇਹ ਚੀਜ਼ਾਂ ਸਾਰੀਆਂ ਇਹਨਾਂ ਦੇ ਅੰਦਰ ਆ ਜਾਂਦੀਆਂ ਨੇ। ਇਹ ਮੇਨ ਨਹੀਂ ਨੇ, ਮੇਨ ਇਹੋ ਹੀ ਪੰਜ ਨੇ। ਇਹਨਾਂ ਪੰਜਾਂ ਨੂੰ ਮਹਾਰਾਜ ਕੀ ਕਹਿੰਦੇ ਨੇ ਫਿਰ? ਹਜ਼ੂਰ ਕਹਿੰਦੇ ਨੇ ਕਾਮ, ਕ੍ਰੋਧ ਅਰ ਲੋਭ ਮੋਹ, ਇਹ ਮਾਲਕ ਦੇ ਅੱਗੇ ਅਰਦਾਸ ਹੈ। ਇਹ ਵੀ ਦੇਖੋ ਆਪ ਜੀ ਦੇ ਅੱਗੇ ਰੱਖਦੇ ਵਾਂ ਇਸ ਬੇਨਤੀ ਨੂੰ। ਪਹਿਲੀ ਗੱਲ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਨੂੰ ਗੁੱਸਾ ਬੜਾ ਆਉਂਦਾ ਹੈ। ਗੁੱਸੇ ਕਰਨ ਵਾਲੇ ਨੂੰ ਥੋੜ੍ਹਾ ਪਤਾ ਲੱਗਦਾ ਵੀ ਇਹਨੂੰ ਗੁੱਸਾ ਬੜਾ ਆਉਂਦਾ, ਉਹ ਤਾਂ ਦੂਜੇ ਨੂੰ ਪਤਾ ਲੱਗਦਾ ਵੀ ਇਹਨੂੰ ਬੜਾ ਗੁੱਸਾ ਆਉਂਦਾ। ਜਿਹਨੂੰ ਆਉਂਦਾ ਉਹਨੂੰ ਤਾਂ ਲੱਗਦਾ ਹੀ ਨਹੀਂ, ਉਹ ਤਾਂ ਕਹਿੰਦਾ ਵੀ ਮੈਂ ਤਾਂ ਠੀਕ ਹਾਂ। ਲੋਭੀ ਨੂੰ ਕਦੋਂ ਪਤਾ ਲੱਗਦਾ ਵੀ ਮੈਂ ਲੋਭੀ ਹਾਂ? ਉਹ ਤਾਂ ਦੂਸਰੇ ਨੂੰ ਪਤਾ ਲੱਗਦਾ ਵੀ ਇਹਨੇ ਤਾਂ ਸਾਰਾ ਛਿਲਕੇ ਖਾ ਲਿਆ ਬੰਦਿਆਂ ਨੂੰ। ਲੋਭੀ ਨੂੰ ਤਾਂ ਕਦੀ ਲੱਗਦਾ ਹੀ ਨਹੀਂ ਵੀ ਮੈਂ ਲੋਭੀ ਹਾਂ। ਜਿੱਦਣ ਪਹਿਲਾਂ ਇਸ ਗੱਲ ਦੇ ਬਾਰੇ ਮੈਨੂੰ ਅਹਿਸਾਸ ਹੋਇਆ ਵੀ ਹਾਂ ਇਹਨਾਂ ਦੇ ਵਿੱਚੋਂ ਇੱਕ ਗਲਤੀ ਤੇ ਮੇਰੇ ਅੰਦਰ ਹੈ, ਤੇ ਉਦਣ ਮੈਂ ਅਰਦਾਸ ਕਰਨ ਦੇ ਲਈ ਤੁਰਾਂ। ਮੈਂ ਘਟਾਉਣ ਦੇ ਲਈ ਤੁਰਦਾ ਨਾ ਵੀ ਕਿੱਦਾਂ ਘਟਣ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੇਰੇ ਸਾਹਮਣੇ ਗੱਲ ਰੱਖੀ ਹੈ ਇੱਕ। ਬਾਕੀ ਤੇ ਠੀਕ ਹੈ ਕਿ ਗੁਰਬਾਣੀ ਵਾਲਾ ਵਿਧਾਨ ਅਸੀਂ ਜ਼ਿੰਦਗੀ 'ਚ ਲੈ ਕੇ ਚੱਲਣਾ ਹੈ, ਪਰ ਇਹ ਅਰਦਾਸ ਹੈ ਜਿੰਨੀ ਵਾਰ ਵੀ ਦਿਨ ਦੇ ਵਿੱਚ ਹੋ ਜਾਵੇ। ਇਹਨੂੰ ਵਹਿਮ ਵਾਲੇ ਪਾਸੇ ਤੋਂ ਨਹੀਂ, ਜੰਤਰ ਵਾਲੇ ਪਾਸੇ ਤੋਂ ਨਹੀਂ, ਮੰਤਰ ਵਾਲੇ ਪਾਸੇ ਤੋਂ ਨਹੀਂ, ਮੈਂ ਗੁਰਬਾਣੀ ਦੀ ਤਾਕਤ ਵਾਲੇ ਪਾਸੇ ਤੋਂ ਆਪ ਜੀ ਦੇ ਅੱਗੇ ਰੱਖਦਾ ਹਾਂ। ਮੇਰਾ ਇੱਦਾਂ ਕਹਿ ਦੇਵਾਂ, ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਕੇ ਆਪ ਜੀ ਦੇ ਅੱਗੇ ਬੇਨਤੀ ਕਰਨ ਲੱਗਾ ਹਾਂ। ਕਿਸੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਤੇ ਇਸ ਸ਼ਲੋਕ ਦਾ ਥੋੜ੍ਹਾ ਜਿਹਾ ਪਾਠ ਕਰਿਓ ਤੇ ਦਿਲ ਤੋਂ ਪਾਠ ਕਰਿਓ। ਇਹ ਅਰਦਾਸ ਹੈ, ਮਹਾਰਾਜ ਕਬੂਲ ਕਰੇਗਾ। ਜ਼ਿੰਦਗੀ ਦੇ ਵਿੱਚ ਗੁੱਸਾ ਆਉਣਾ ਘਟ ਜਾਂਦਾ ਹੈ, ਔਰ ਹੁੰਦਾ ਹੈ ਇਹ ਜ਼ਿੰਦਗੀ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ, ਵਿਕਾਰ ਦੇ ਵਿੱਚੋਂ ਕਿਸੇ ਵੀ ਵਿਕਾਰ ਨੂੰ ਲੈ ਕੇ। ਪਰ ਇਹ ਵਾਕਿਆ ਹੀ ਅਰਦਾਸ ਦੇ ਵਾਂਗੂ ਹੋਵੇ। ਜਿੱਦਾਂ ਕੋਈ ਬਿਮਾਰੀ ਆ ਗਈ ਨਾ ਤੇ ਉਦੋਂ ਅਰਦਾਸ ਕਰਦੇ ਹਾਂ ਤੇ ਦਿਲ ਚੋਂ ਨਿਕਲਦੀ ਹੈ। ਮੰਗਦੇ ਅਸੀਂ ਲਗਭਗ ਸੇਮ ਉਹੀ ਹਾਂ। ਸੌਖਾ ਕਹਿ ਕੇ ਤੇ ਅਸੀਂ ਅਸ਼ਟਪਦੀ ਸ਼ੁਰੂ ਕਰਾਂਗੇ। ਜਿੱਦਣ ਅਸੀਂ ਵਾਹਿਗੁਰੂ ਤੰਦਰੁਸਤੀਆਂ ਦੇਵੇ, ਜਿੱਦਣ ਅਸੀਂ ਬਿਮਾਰ ਨਹੀਂ ਹੁੰਦੇ, ਉਦਣ ਵੀ ਅਸੀਂ ਮੰਗਦੇ ਹਾਂ ਵੀ ਸੱਚੇ ਪਾਤਸ਼ਾਹ ਤੰਦਰੁਸਤੀ ਦੇ। ਉਦਣ ਵੀ ਅਸੀਂ ਮੰਗਦੇ ਹਾਂ, ਪਰ ਉਦੋਂ ਅਸੀਂ ਤੰਦਰੁਸਤ ਹੁੰਦੇ ਹਾਂ, ਉਦੋਂ ਇੱਕ ਨਾ ਸਿਰਫ ਇੱਕ ਬੋਲ ਜਿਹਾ ਹੁੰਦਾ ਵੀ ਚੱਲ ਠੀਕ ਆ, ਕੋਈ ਨਹੀਂ, ਠੀਕ ਤੇ ਹੈਗੇ ਹੀ ਆ। ਪਰ ਜਿੱਦਣ ਅਸੀਂ ਕਿਤੇ ਬਿਮਾਰ ਹੁੰਦੇ ਹਾਂ ਨਾ, ਮੰਗ ਅਸੀਂ ਫੇਰ ਉਹੀ ਰਹੇ ਹੁੰਦੇ ਹਾਂ ਵੀ ਸੱਚੇ ਪਾਤਸ਼ਾਹ ਤੰਦਰੁਸਤੀ ਦੇ। ਅੱਖਰ ਸਾਡੇ ਉਹੀ ਹੁੰਦੇ ਨੇ, ਪਰ ਅੱਖਰਾਂ ਦੇ ਪਿੱਛੇ ਫੀਲਿੰਗ ਸਾਰੀ ਬਦਲ ਚੁੱਕੀ ਹੁੰਦੀ ਹੈ। ਪਤਾ ਵੀ ਹੁਣ ਇਹ ਚੀਜ਼ ਚਾਹੀਦੀ ਹੈ, ਬਸ ਇੰਨਾ ਕੁ ਫਰਕ ਹੈ। ਹਜ਼ੂਰ ਕਹਿੰਦੇ ਨੇ ਵੀ ਇਹਨਾਂ ਬੋਲਾਂ ਨੂੰ ਇੱਦਾਂ ਬੋਲਿਆ ਜਾਵੇ। ਇਹ ਅਰਦਾਸ ਦੇ ਬੋਲ ਨੇ। ਜਿੱਦਾਂ ਬਾਕੀ ਚੀਜ਼ਾਂ ਮੰਗਦੇ ਆ ਨਾ, ਮਹਾਰਾਜ ਦੇ ਕੋਲੋਂ ਇਹ ਮੰਗੀਏ, ਕਾਮ, ਕ੍ਰੋਧ ਅਰ ਲੋਭ ਮੋਹ। ਸੱਚੇ ਪਾਤਸ਼ਾਹ ਮੇਰਾ ਕਾਮ, ਮੇਰਾ ਕ੍ਰੋਧ ਗੁੱਸਾ, ਮੇਰਾ ਲਾਲਚ, ਮੇਰਾ ਮੋਹ ਤੇ ਮੇਰਾ ਅਹਮੇਵ ਅਹੰਕਾਰ ਬਿਨ ਸਜਾਏ ਇਹ ਖਤਮ ਹੋ ਜਾਵੇ। ਮਤਲਬ ਕੰਟਰੋਲ ਦੇ ਵਿੱਚ ਆ ਜਾਵੇ। ਨਾਨਕ ਪ੍ਰਭ ਸ਼ਰਣਾਗਤੀ, ਐ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਅਰਦਾਸ ਕਰਦਾ ਪਿਆ ਹਾਂ। ਫਿਰ ਇਹਨੂੰ ਸਮਝ ਲਈਏ, ਜਿੱਦਾਂ ਅਸੀਂ ਬਾਕੀ ਚੀਜ਼ਾਂ ਮੰਗਦੇ ਹਾਂ, ਮੰਗਣੀਆਂ ਚਾਹੀਦੀਆਂ ਨੇ, ਪਰ ਮਹਾਰਾਜ ਕਹਿੰਦੇ ਨੇ ਵੀ ਆਹ ਚੀਜ਼ਾਂ ਵੀ ਮਾਲਕ ਦੇ ਕੋਲੋਂ ਮੰਗ ਕੇ ਵੇਖੀਏ। ਕਰ ਪ੍ਰਸਾਦ ਗੁਰਦੇਵ, ਇਹ ਸ਼ਬਦ ਸਮਝਿਓ। ਪ੍ਰਸਾਦ ਦਾ ਮਤਲਬ ਹੁੰਦਾ ਹੈ ਕਿਰਪਾ, ਜਿਹਨੂੰ ਅਸੀਂ ਗੁਰ ਪ੍ਰਸਾਦ ਪੜ੍ਹਦੇ ਹਾਂ। ਵੈਸੇ ਲਫ਼ਜ਼ ਜਿੰਨੀ ਵਾਰ ਵੀ ਪ੍ਰਸਾਦ ਆਵੇਗਾ ਮੂਲ ਮੰਤਰ ਦੇ ਵਿੱਚ, ਤੇ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੋਵੇਗੀ। ਆਪ ਜੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਪੜ੍ਹੋਗੇ, ਇੱਕ ਓੰਕਾਰ ਸਤਿਗੁਰ ਪ੍ਰਸਾਦ ਪੜ੍ਹੋਗੇ, ਸਾਰਿਆਂ ਦੇ ਪ੍ਰਸਾਦ ਵਾਲੇ ਦੱਦੇ ਨੂੰ ਸਿਹਾਰੀ ਹੈ। ਇੱਥੇ ਪ੍ਰਸਾਦ ਦੇ ਦੱਦੇ ਨੂੰ ਵੇਖੋ ਔਂਕੜ ਹੈ। ਪ੍ਰਸਾਦ ਦਾ ਮਤਲਬ ਹੈ ਅਨੁਗ੍ਰਹ। ਇਹਦੇ ਅਰਥ ਜਿਹੜੇ ਉਹ ਕਿਰਪਾ ਕਰ ਦਿੱਤੇ ਜਾਂਦੇ ਨੇ, ਕਿਉਂਕਿ ਇਸਤਰੀ ਲਿੰਗ ਕਿਰਪਾ ਹੋ ਜਾਂਦਾ ਹੈ, ਪਰ ਅਸਲ ਦੇ ਵਿੱਚ ਪ੍ਰਸਾਦ ਪੁਲਿੰਗ ਦੇ ਵਿੱਚ ਵਰਤਿਆ ਜਾਂਦਾ ਹੈ ਵੀ ਸੱਚੇ ਪਾਤਸ਼ਾਹ ਮੇਰੇ ਉੱਤੇ ਆ ਵੀ ਕਿਰਪਾ ਕਰ। ਜਿੱਥੇ ਮੈਂ ਬਾਕੀ ਚੀਜ਼ਾਂ ਤੇਰੇ ਕੋਲ ਮੰਗਦਾ ਹਾਂ ਨਾ, ਮੈਂ ਆਤਮਿਕ ਜੀਵਨ ਦੇ ਵਿੱਚ ਤਰੱਕੀ ਕਰਾਂ, ਤੇ ਆਹ ਪੰਜ ਮੇਰੇ ਅੱਗੇ ਸਭ ਤੋਂ ਵੱਡੀਆਂ ਰੋਕਾਂ ਨੇ। ਮੈਂ ਇਹਨਾਂ ਪੰਜਾਂ ਨੂੰ ਵਸ ਦੇ ਵਿੱਚ ਕਰ ਸਕਾਂ। ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਮੇਰੇ ਉੱਤੇ ਕਿਰਪਾ ਕਰ। ਕਰ ਪ੍ਰਸਾਦ ਗੁਰਦੇਵ। ਤੇ ਜਿੰਨੀ ਵਾਰ ਵੀ ਬੰਦਾ ਦਿਨ ਦੇ ਵਿੱਚ ਪੜ੍ਹ ਲਵੇ,
ਭਾਵੇਂ ਕੱਲਾ ਸ਼ਲੋਕ ਹੀ ਪੜ੍ਹੀ ਜਾਵੇ ਕਿ ਥੋੜਾ ਵੀ ਕਿੱਦਾਂ ਅਰਦਾਸ ਕਰਨੀ ਹੈ। ਮਹਾਰਾਜ ਨੇ ਅਰਦਾਸ ਕਰਨੀ ਦੱਸ ਦਿੱਤੀ ਹੈ। ਅਸ਼ਟਪਦੀ ਵੇਖੋ, ਇੱਕ ਤੇ ਪਹਿਲੀ ਗੱਲ ਇਹ ਹੈ, ਆਮ ਜੋ ਦੁਨੀਆ ਦਾ ਸੁਭਾਅ ਹੈ, ਕੁਝ ਨਹੀਂ ਹੈ ਤੇ ਬੰਦਾ ਗੁੱਸਾ ਜਿਹਾ ਕਰੀ ਜਾਂਦਾ, ਕੁਝ ਆ ਗਿਆ ਤੇ ਬੰਦਾ ਹੰਕਾਰੀ ਹੋ ਜਾਂਦਾ। ਫਿਰ ਇਸ ਕਰਕੇ ਸਤਿਗੁਰੂ ਕੀ ਕਹਿੰਦੇ ਨੇ, ਭਾਈ ਆਹ ਲਫ਼ਜ਼ ਬੜੀ ਵਾਰ ਇੱਥੇ ਆਵੇਗਾ, ਜਿਹ ਪ੍ਰਸਾਦ। ਪਹਿਲੀ ਗੱਲ ਤੇ ਇਹ ਹੈ ਉਚਾਰਨ ਦੇ ਬਾਰੇ, ਪ੍ਰੋਨੰਸੀਏਸ਼ਨ ਦੇ ਬਾਰੇ, ਵੀ ਇਹਨੂੰ ਜਹ ਨਹੀਂ ਪੜਾਂਗੇ। ਅਸ਼ਟਪਦੀ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਇਹ ਜਿਹ ਪਾਠ ਹੈ। ਜਿੱਦਾਂ ਇਹ ਪੜ੍ਹਦੇ ਹਾਂ ਉੱਦਾਂ ਜਿਹ ਪੜ੍ਹਨਾ ਹੈ, ਇਹਨੂੰ ਜਹ ਨਹੀਂ ਪੜਾਂਗੇ। ਜਹ ਪੜਾਂਗੇ ਤੇ ਗਲਤ ਹੋ ਜਾਵੇਗਾ। ਜਹ ਤਾਂ ਪੜ੍ਹਿਆ ਜਾ ਸਕਦਾ ਹੈ ਜਾਂ ਤੇ ਹਾਹੇ ਨੂੰ ਸਿਹਾਰੀ ਹੋਵੇਗੀ ਤੇ ਜਾਂ ਜੱਜੇ ਨੂੰ ਦਲਾਵਾਂ ਹੋਣਗੀਆਂ, ਉਹ ਤਾਂ ਪੜ੍ਹਿਆ ਜਾ ਸਕਦਾ ਹੈ। ਇੱਦਾਂ ਜਿਹ ਕਿਹ ਤਿਹ ਇਹ ਸਾਰੇ ਪਾਠ ਇੱਦਾਂ ਪੜ੍ਹੇ ਜਾਂਦੇ ਨੇ। ਬਹੁਤ ਜ਼ਿਆਦਾ ਜਾਣਿਆਂ ਦੀ, ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਜ਼ਿਆਦਾ ਪਤਾ ਹੈ, ਪਰ ਅਕਸਰ ਸੁਖਮਨੀ ਸਾਹਿਬ ਕਰਦਿਆਂ ਇਸ ਅਸ਼ਟਪਦੀ ਨੂੰ ਜਿਨ੍ਹਾਂ ਨੇ ਬਹੁਤੀ ਚੰਗੀ ਤਰ੍ਹਾਂ ਸੁਣਿਆ ਜਾਂ ਸਮਝਿਆ ਨਹੀਂ ਹੁੰਦਾ, ਉਹ ਜਹ ਪ੍ਰਸਾਦ ਹੀ ਪੜ੍ਹੀ ਜਾਂਦੇ ਨੇ ਤੇ ਬਹੁਤੀ ਵਾਰ ਤੇ ਬਹੁਤੇ ਪ੍ਰਸ਼ਾਦ ਹੀ ਪੜ੍ਹ ਜਾਂਦੇ ਨੇ। ਇਹ ਵੀ ਫਰਕ ਵੇਖਣ ਦੀ ਲੋੜ ਹੈ। ਪ੍ਰਸ਼ਾਦ ਉਹ ਹੁੰਦਾ ਹੈ ਜਿਹੜਾ ਅਸੀਂ ਛਕਦੇ ਹਾਂ, ਜਿੱਦਾਂ ਪ੍ਰਸ਼ਾਦੇ ਨੂੰ, ਲੰਗਰ ਨੂੰ ਪ੍ਰਸ਼ਾਦਾ ਕਿਹਾ ਜਾਂਦਾ ਹੈ, ਕੜਾਹ ਪ੍ਰਸ਼ਾਦ ਨੂੰ ਪ੍ਰਸ਼ਾਦ ਕਿਹਾ ਜਾਂਦਾ ਹੈ, ਉਹ ਖਾਣ ਵਾਲੀ ਚੀਜ਼ ਹੈ। ਜਿੱਥੇ ਕਿਰਪਾ ਦੀ ਗੱਲ ਆਵੇਗੀ ਉੱਥੇ ਪ੍ਰਸਾਦ ਹੈ ਲਫ਼ਜ਼। ਇਸ ਕਰਕੇ ਮਹਾਰਾਜ ਕੀ ਕਹਿੰਦੇ ਨੇ, ਐ ਭਾਈ ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ। ਸਾਡੇ 36 ਪਦਾਰਥ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹ ਪ੍ਰਸ਼ਾਦਾ, ਉਹ ਪਕਵਾਨ ਜਿਹਦੇ ਵਿੱਚ ਹਰ ਚੀਜ਼ ਅਵੇਲੇਬਲ ਹੋਵੇ। ਵੈਸੇ 6 ਟੇਸਟ ਨੇ ਨਾ ਮੁੱਖ ਤੌਰ ਦੇ ਉੱਤੇ, ਤੇ ਉਹਨਾਂ 6 ਟੇਸਟ ਦੇ ਨਾਲ ਦੂਸਰੇ ਟੇਸਟ ਮਿਲਾ ਕੇ ਤੇ ਬਣਦੇ ਜਾਂਦੇ ਨੇ। ਜਿੱਦਾਂ ਇੱਕ ਰੰਗ ਦੇ ਵਿੱਚ ਦੂਸਰਾ ਰੰਗ ਮਿਲਾ ਦਈਏ ਤੇ ਇੱਕ ਨਵਾਂ ਰੰਗ ਬਣ ਜਾਂਦਾ। ਇੱਦਾਂ 6 ਟੇਸਟ ਨੇ ਮੁੱਖ ਤੌਰ ਦੇ ਉੱਤੇ ਜਿਹੜੇ ਸਾਡੇ ਕਲਚਰ ਦੇ ਵਿੱਚ ਮੰਨੇ ਗਏ ਨੇ। ਉਹ 6 ਟੇਸਟ ਜਿਹੜੇ ਨੇ ਉਹ ਇੱਕ ਦੂਸਰੇ ਨਾਲ ਮਿਲਦੇ ਜਾਣ ਤੇ ਨਵਾਂ ਰੰਗ, ਇੱਕ ਨਵਾਂ ਟੇਸਟ ਤਿਆਰ ਹੋਈ ਜਾਂਦਾ ਹੈ। ਉਹਨੂੰ ਮਹਾਰਾਜ ਕੀ ਕਹਿੰਦੇ ਨੇ, ਭਾਈ ਸ਼ੁਕਰ ਕਰ ਮਾਲਕ ਦਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਮਾਲਕ ਤੰਦਰੁਸਤੀਆਂ ਦੇਵੇ। ਘਰ ਦੇ ਵਿੱਚ ਇੱਕ ਮੈਂਬਰ ਬਿਮਾਰ ਹੋਵੇ ਤੇ ਘਰ ਦੇ ਵਿੱਚ ਸਾਰਾ ਕੁਝ ਅਵੇਲੇਬਲ ਹੋਵੇ ਕਿਚਨ ਦੇ ਵਿੱਚ, ਤੇ ਬਾਕੀ ਸਾਰੇ ਮੈਂਬਰ ਖਾ ਰਹੇ ਹੋਣ, ਪਰ ਉਹ ਤੇ ਨਹੀਂ ਨਾ ਖਾ ਸਕਦਾ ਕਿਉਂਕਿ ਬਿਮਾਰ ਹੈ, ਉਹਨੂੰ ਪਰਹੇਜ਼ ਕਰਨਾ ਪੈਣਾ। ਸਤਿਗੁਰੂ ਕਹਿੰਦੇ ਸ਼ੁਕਰ ਕਰ ਜਿਹਦੀ ਕਿਰਪਾ ਦੇ ਨਾਲ ਤੂੰ ਹਰ ਤਰੀਕੇ ਦਾ ਪਦਾਰਥ ਛਕ ਸਕਦਾ ਹੈ, ਉਹਦੀ ਕਿਰਪਾ ਹੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਭਾਵ ਕਿ ਤਰੀਕਿਆਂ ਦੇ ਸਵਾਦ ਵਾਲੇ ਭੋਜਨ ਤੂੰ ਖਾ ਲੈਂਦਾ ਹੈ। ਤਿਸ ਠਾਕੁਰ ਕੋ ਰੱਖ ਮਨ ਮਾਹੇ, ਉਸ ਮਾਲਕ ਨੂੰ ਮਨ ਦੇ ਵਿੱਚ ਵਸਾ ਕੇ ਰੱਖ। ਹੈ ਤੇ ਬੜਾ ਸੌਖਾ ਜਿਹਾ, ਜੇ ਆਦਤ ਪੈ ਜਾਵੇ ਵੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇੱਕ ਵਾਰ ਮਨ ਦੇ ਵਿੱਚੋਂ ਇਹ ਗੱਲ ਨਿਕਲ ਜਾਵੇ ਵੀ ਸ਼ੁਕਰ ਹੈ ਸੱਚੇ ਪਾਤਸ਼ਾਹ, ਜੇ ਤੂੰ ਮੈਨੂੰ ਇੰਨੇ ਜੋਗਾ ਸਮਝਿਆ ਹੈ ਵੀ ਮੈਂ ਘਰ ਦੇ ਵਿੱਚ ਆਰਾਮ ਦੇ ਨਾਲ ਬੈਠ ਕੇ ਤੇ ਪ੍ਰਸ਼ਾਦਾ ਛਕਦਾ ਪਿਆ। ਕੀ ਔਖਾ ਹੈ ਇਹਦੇ ਵਿੱਚ ਕਹਿਣ ਤੇ? ਹੈ ਤਾਂ ਸ਼ੁਕਰ ਹੀ ਹੈ ਨਾ। ਦੌੜ ਤੇ ਭੱਜ ਸਾਰੀ ਰੋਟੀ ਦੀ ਹੈ, ਰੋਟੀ ਨਾ ਮਿਲੇ ਤੇ ਭਾਵੇਂ ਲੱਖਾਂ ਰੁਪਈਏ ਬੰਦੇ ਦੇ ਕੋਲ ਹੁਣ ਕੀ ਫਾਇਦਾ ਹੈ? ਇਸ ਕਰਕੇ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਉਹਨੂੰ ਮਨ ਦੇ ਵਿੱਚ ਵਸਾ ਕੇ ਰੱਖ। ਜਿਹ ਪ੍ਰਸਾਦ ਸੁਗੰਧਤ ਤਨ ਲਾਵੇਂ, ਜਿਹਦੀ ਕਿਰਪਾ ਦੇ ਨਾਲ ਤੂੰ ਤਨ ਦੇ ਉੱਤੇ ਸੁਗੰਧੀਆਂ ਲਾ ਲੈਂਦਾ ਹੈ। ਇਹਦਾ ਮਤਲਬ ਇਹ ਨਹੀਂ ਮਹਾਰਾਜ ਕਹਿ ਰਹੇ ਵੀ ਸੁਗੰਧੀਆਂ ਲਾਉਣੀਆਂ ਚਾਹੀਦੀਆਂ ਨੇ। ਇੱਥੇ ਸਤਿਗੁਰੂ ਪ੍ਰਮੋਟ ਨਹੀਂ ਕਰਦੇ ਪਏ ਇਸ ਗੱਲ ਨੂੰ, ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਜੇ ਤੂੰ ਸੁਗੰਧੀਆਂ ਲਾ ਲੈਂਦਾ ਹੈ ਨਾ ਆਪਣੇ ਸਰੀਰ ਦੇ ਉੱਤੇ, ਤੇ ਇਹ ਉਹਦੀ ਕਿਰਪਾ ਦੇ ਨਾਲ ਹੀ ਹੈ। ਕੋਈ ਬੰਦਾ ਬਿਮਾਰ ਹੋਵੇ, ਉਹਨੂੰ ਤਾਂ ਇੰਟਰਸਟ ਹੀ ਮੁੱਕ ਜਾਂਦਾ ਵੀ ਕੀ ਮੈਂ ਤਿਆਰ ਹੋਣਾ ਤੇ ਕੀ ਮੈਂ ਸੁਗੰਧੀਆਂ ਲਾਉਣੀਆਂ। ਕਮਜ਼ੋਰ ਜਿਹਾ ਸਰੀਰ ਹੋਵੇ, ਉਹਨੂੰ ਤਾਂ ਇਹੋ ਪਤਾ ਹੁੰਦਾ ਵੀ ਬਸ ਚੰਗੇ ਭਲੇ ਸਾਹ ਆਈ ਜਾਣ, ਇੰਨਾ ਹੀ ਬੜਾ, ਉਹਦੇ ਵਿੱਚ ਤੇ ਇੱਛਾ ਹੀ ਖਤਮ ਹੋ ਜਾਂਦੀ ਹੈ ਨਾ। ਸ਼ੁਕਰ ਕਰ ਸਤਿਗੁਰੂ ਕਹਿੰਦੇ ਮਾਲਕ ਨੇ ਤੇਰੇ ਅੰਦਰ ਇਹ ਇੱਛਾ ਪ੍ਰਬਲ ਕੀਤੀ ਹੋਈ ਹੈ। ਜੇ ਪ੍ਰਸਾਦ ਸੁਗੰਧਤ ਤਨ ਲਾਵੇਂ ਹੈ, ਤਿਸ ਕਉ ਸਿਮਰਤ ਪਰਮਗਤ ਪਾਵੇਂ, ਤੇ ਉਹਨੂੰ ਮਾਲਕ ਨੂੰ ਸਿਮਰ ਕੇ ਤੂੰ ਉੱਚੀ ਅਵਸਥਾ ਹਾਸਲ ਕਰ ਲਵੇਂਗਾ। ਜੇ ਪ੍ਰਸਾਦ ਬਸੇ ਹੈ ਸੁਖ ਮੰਦਰ, ਜਿਹਦੀ ਕਿਰਪਾ ਦੇ ਨਾਲ ਤੂੰ ਘਰ ਦੇ ਵਿੱਚ ਸੁੱਖ ਦੇ ਨਾਲ ਵਸਦਾ ਹੈ। ਇੱਕ ਇਹ ਵੀ ਖੇਡ ਹੈ। ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਸਾਰੇ ਉਸੇ ਦੌੜ ਦੇ ਵਿੱਚ ਲੱਗੇ ਹਾਂ, ਪਰ ਸਾਨੂੰ ਸਤਿਗੁਰੂ ਜੀ ਨੇ ਇੱਕ ਗੱਲ ਦੱਸੀ ਹੈ, ਜਾਂ ਸਾਡੀ ਮਾਨਸਿਕਤਾ ਦਾ ਸੁਭਾਅ ਹੈ, ਸੁੱਖ ਅਸੀਂ ਸਾਰੇ ਮੰਗਦੇ ਹਾਂ, ਪਰ ਜੋ ਸਾਡੇ ਕੋਲ ਪਿੱਛੇ ਸੁੱਖ ਨੇ ਬਹੁਤੀ ਵਾਰ ਉਹਨਾਂ ਦਾ ਖਿਆਲ ਜਾ ਵੀ ਨਹੀਂ ਸਾਨੂੰ ਆਉਂਦਾ। ਤੇ ਆਪਣੇ ਘਰ ਦੇ ਵਿੱਚ ਜੋ ਅਸੀਂ ਜ਼ਿੰਦਗੀ ਜੀ ਕੇ ਵੇਖਦੇ ਹਾਂ ਤੇ ਉਹਨੂੰ ਧਿਆਨ ਦੇ ਨਾਲ ਵੇਖੀਏ, ਤੇ ਜੇ ਲਗਭਗ ਜਿੰਨੀ ਵੀ ਸਾਡੀ ਉਮਰ ਹੈ, ਬਹੁਤ ਥੋੜ੍ਹੇ ਦਿਨ ਹੁੰਦੇ ਨੇ ਜਿਹਦੇ ਵਿੱਚ ਅਸੀਂ ਬੜੇ ਔਖੇ ਹੋ ਕੇ ਜ਼ਿੰਦਗੀ ਕੱਟੀ ਹੁੰਦੀ ਹੈ ਵੀ ਇੱਦਾਂ ਦੇ ਦਿਨ ਤੇ ਚੜ੍ਹਦੇ ਹੀ ਨਾ। ਕਿੰਨਾ ਕੁ ਚਿਰ ਕਿਤੇ ਬਿਮਾਰੀ ਸਾਨੂੰ ਘੇਰੀ ਰੱਖਦੀ ਹੈ। 10 ਦਿਨ ਬਿਮਾਰ ਹੋ ਗਏ, ਮਹੀਨਾ ਬਿਮਾਰ ਹੋ ਗਏ,
ਪੂਰੀ ਜ਼ਿੰਦਗੀ ਦੇ ਵਿੱਚ, ਸਾਲ ਦੇ ਵਿੱਚ 1 ਮਹੀਨਾ ਅਸੀਂ ਬਿਮਾਰ ਨਹੀਂ ਹੁੰਦੇ। ਮਾਲਕ ਤੰਦਰੁਸਤੀਆਂ ਦੇਵੇ। ਮੈਂ ਦਾਅਵੇ ਨਹੀਂ ਕਰਦਾ ਇਹਨਾਂ ਗੱਲਾਂ ਦੇ, ਕੱਲ੍ਹ ਨੂੰ ਪਤਾ ਨਹੀਂ ਕੀ ਵਾਪਰ ਜਾਵੇ। ਜੇ ਅਸੀਂ ਬੜਾ ਥੋੜ੍ਹਾ ਸਮਾਂ ਬਿਮਾਰ ਹੋਏ, ਬੜੀ ਸੌਖੀ ਦੀ ਜ਼ਿੰਦਗੀ ਚੱਲਦੀ ਪਈ, ਨਾ ਸੌਖਾ ਦਿਨ ਨਾ ਔਖਾ ਦਿਨ, ਐ ਬਿਲਕੁਲ ਬੈਲੈਂਸ ਜਿਹਦੇ ਵਿੱਚ ਜ਼ਿੰਦਗੀ ਚੱਲਦੀ ਪਈ, ਵੀ ਕੋਈ ਪੁੱਛੇ ਵੀ ਬੜੇ ਖੁਸ਼ ਜੇ, ਨਹੀਂ ਜੀ ਬਹੁਤੇ ਖੁਸ਼ ਵੀ ਨਹੀਂ, ਬੜੇ ਦੁਖੀ ਜੇ, ਨਹੀਂ ਕੋਈ ਦੁੱਖ ਵੀ ਨਹੀਂ, ਆਰਾਮ ਦੇ ਨਾਲ ਜ਼ਿੰਦਗੀ ਚੱਲੀ ਜਾ ਰਹੀ ਹੈ। ਮਹਾਰਾਜ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਘਰ ਦੇ ਵਿੱਚ ਬੜੇ ਸੁੱਖ ਦੇ ਨਾਲ ਵੱਸਦਾ ਪਿਆ ਹੈ, ਇਹ ਬੜੀ ਸੌਖੀ ਜੀ ਹੈ ਜ਼ਿੰਦਗੀ ਦੀ, ਇਹਨੂੰ ਸਮਝ ਕੇ ਵੇਖੀਏ ਤੇ ਕੋਈ ਔਖੀ ਨਹੀਂ ਹੈ। ਅਸੀਂ ਆਪ ਕਰ ਲਿਆ ਪੀਨੂੰ ਹਾਏ ਕੁਝ ਹੈ ਹੀ ਨਹੀਂ। ਮਹਾਰਾਜ ਕਹਿੰਦੇ ਜੇ ਪ੍ਰਸਾਦ ਬਸੈ ਸੁਖ ਮੰਦਰ, ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਘਰ ਦੇ ਵਿੱਚ ਸੁੱਖ ਦੇ ਨਾਲ ਵੱਸਦਾ ਪਿਆ ਹੈ, ਤਿਸ ਹੈ ਧਿਆਏ ਸਦਾ ਮਨ ਅੰਦਰ, ਉਸ ਮਾਲਕ ਦਾ ਸ਼ੁਕਰ ਕਰ, ਮਨ ਦੇ ਵਿੱਚ ਉਹਨੂੰ ਸਦਾ ਧਿਆ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਜਿਹਦੀ ਕਿਰਪਾ ਦੇ ਨਾਲ ਤੂੰ ਆਪਣੇ ਗ੍ਰਹਿ ਦੇ ਵਿੱਚ, ਆਪਣੇ ਘਰ ਦੇ ਵਿੱਚ ਸੁੱਖ ਦੇ ਨਾਲ ਵੱਸਦਾ ਪਿਆ ਹੈ। ਇਹ ਨਹੀਂ ਵੀ ਕਈਆਂ ਤੇ ਘਰ ਵੀ ਵੇਖੋ ਨਾ ਮਹਾਂਭਾਰਤੀ ਬਣੇ ਹੁੰਦੇ ਨੇ, ਇੱਧਰੋਂ ਰੋਟੀ ਖਾਣ ਬੈਠੇ, ਉਨੀ ਰੋਟੀ ਸਬਜ਼ੀ ਨਹੀਂ ਗਰਮ ਹੁੰਦੀ ਜਿੰਨੇ ਖਾਣ ਵਾਲੇ ਗਰਮ ਹੋ ਜਾਂਦੇ ਨੇ। ਉਹ ਕੀ ਕਿਹਾ ਜਾਂਦਾ ਵੀ ਘਰ ਦੇ ਵਿੱਚ ਹੀ ਲਗਾਤਾਰ ਗ੍ਰਹਿ ਯੁੱਧ ਚੱਲੀ ਜਾ ਰਿਹਾ, ਔਰ ਅਕਸਰ ਹੋ ਜਾਂਦਾ ਇੱਦਾਂ। ਸਾਰਾ ਕੁਝ ਰੋਟੀ ਲਈ ਕੀਤਾ, ਜਦੋਂ ਰੋਟੀ ਖਾਣ ਦਾ ਟਾਈਮ ਆਇਆ ਤਾਂ ਅੱਧੇ ਲੜਕੇ ਆਪਣੇ ਕਮਰੇ ਚਲ ਗਏ, ਮੈਂ ਨਹੀਂ ਖਾਂਦਾ। ਕੀ ਕੀਤਾ ਜ਼ਿੰਦਗੀ ਦੇ ਵਿੱਚ? ਸਤਿਗੁਰੂ ਕਹਿੰਦੇ ਸ਼ੁਕਰ ਕਰ ਵੀ ਤੇਰੇ ਘਰ ਦੇ ਵਿੱਚ ਇਹ ਖੇਡ ਨਹੀਂ ਆ, ਤੇ ਮੈਂ ਮਾਲਕ ਦਾ ਸ਼ੁਕਰ ਕਰਦਾ ਵੀ ਮੈਨੂੰ ਮਾਲਕ ਨੇ ਬਚਾ ਲਿਆ। ਸਾਡਿਆਂ ਘਰਾਂ 'ਚ ਇਹ ਗੱਲ ਨਾ ਹੋਵੇ ਤੇ ਨਾ ਹੈ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਬੜੇ ਸੁੱਖ ਦੇ ਨਾਲ ਤੂੰ ਆਪਣੇ ਘਰ ਦੇ ਵਿੱਚ ਵੱਸਦਾ ਹੈ ਨਾ। 8 ਪਹਿਰ ਸਿਮਰੋ ਤਿਸ ਰਸਨਾ, 8 ਪਹਿਰ ਉਹਨੂੰ ਜ਼ੁਬਾਨ ਦੇ ਨਾਲ ਸਿਮਰ। ਹੋਰ ਕੀ ਕੀ ਬੋਲੀ ਜਾਂਦਾ? ਤੂੰ ਮਾਲਕ ਨੂੰ ਬੋਲ ਨਾ। ਜੇ ਪ੍ਰਸਾਦ ਰੰਗ ਰਸ ਭੋਗ, ਜਿਹਦੀ ਕਿਰਪਾ ਦੇ ਨਾਲ ਤੈਨੂੰ ਕੁਝ ਕੌਤਕ ਵੇਖਣੇ ਚੰਗੇ ਲੱਗਦੇ ਨੇ। ਮੈਂ ਫਿਰ ਬੇਨਤੀ ਕਰ ਦੇਵਾਂ, ਮਰਦ ਇਹ ਨਹੀਂ ਕਹਿੰਦੇ ਵੀ ਵੇਖ ਲੈਣੇ ਚਾਹੀਦੇ ਨੇ, ਪਰ ਕਹਿੰਦੇ ਰੱਬ ਕਿਰਪਾ ਕਰੇ ਤੇ ਤਾਂ ਹੀ ਵੇਖ ਸਕਦਾ ਹੈ, ਜੇ ਕਿਰਪਾ ਹੀ ਨਾ ਕਰੇ ਤੇ ਕੀ ਵੇਖ ਸਕਦਾ ਹੈ? ਸਾਰਾ ਕੁਝ ਅਵੇਲੇਬਲ ਹੋਵੇ ਤੇ ਦਿਲ ਹੀ ਨਾ ਕਰੇ ਵੇਖਣ ਨੂੰ ਤੇ ਕੀ ਹੋ ਜਾਂਦਾ? ਇੰਟਰਸਟ ਘਟ ਗਏ ਨਾ। ਇਹਨੂੰ ਦੂਸਰੇ ਪਾਸੇ ਤੋਂ ਵੀ ਆਪ ਜੀ ਦੇ ਅੱਗੇ ਰੱਖ ਦੇਵਾਂ। ਪਹਿਲਾਂ ਇੱਕ ਟਾਈਮ ਉਹ ਸੀ, ਅੱਜ ਤੋਂ ਲਗਭਗ 6-7 ਸਾਲ ਪਹਿਲਾਂ ਦੀ ਗੱਲ ਹੈ, ਆਪਾਂ ਸਾਰਿਆਂ ਨੇ ਵੇਖਿਆ ਹੋਵੇਗਾ ਵੀ ਟੀਵੀ ਦਾ ਕਿੰਨਾ ਕਰੇਜ਼ ਹੁੰਦਾ ਸੀ ਲੋਕਾਂ ਨੂੰ, ਕਿੰਨਾ ਕਰੇਜ਼ ਹੈ। ਹੁਣ ਮੋਬਾਈਲ ਆ ਗਏ, ਟੀਵੀ ਦਾ ਕਰੇਜ਼ ਖਤਮ ਹੋ ਗਿਆ। ਟੀਵੀ ਤਾਂ ਭਾਵੇਂ ਸਾਰਿਆਂ ਦੇ ਘਰਾਂ 'ਚ ਪਏ, ਕਿੰਨਾ ਕਰੇਜ਼ ਘਟ ਗਿਆ ਟੀਵੀ ਦਾ। ਹੋ ਸਕਦਾ ਮੈਂ ਚਲੋ ਇੱਥੇ ਰਹਿਣਾ ਤੇ ਮੈਨੂੰ ਕੋਈ ਬਹੁਤਾ ਪਤਾ ਨਹੀਂ, ਕਈਆਂ ਘਰਾਂ 'ਚ ਹੋਵੇ ਵੀ ਸਾਰਾ ਦਿਨ ਬੰਦ ਹੀ ਨਾ ਹੋਵੇ, ਪਰ ਬੜਾ ਕਰੇਜ਼ ਘਟ ਗਿਆ ਹੈ। ਤੇ ਤਮਾਸ਼ਾ ਹੀ ਹੈ ਨਾ, ਪਰ ਹੁਣ ਜੀਅ ਨਹੀਂ ਕਰਦਾ ਵੇਖਣ ਨੂੰ। ਮਹਾਰਾਜ ਕਹਿੰਦੇ ਸ਼ੁਕਰ ਕਰ ਵੀ ਜਿਸ ਰੱਬ ਦੀ ਕਿਰਪਾ ਦੇ ਨਾਲ ਇਹ ਚੀਜ਼ਾਂ ਵੇਖਣ ਨੂੰ ਤੇਰਾ ਦਿਲ ਕਰਦਾ ਹੈ। ਜੇ ਉਹ ਤੇਰਾ ਦਿਲ ਹੀ ਬਦਲ ਦੇਵੇ ਤਾਂ ਤੂੰ ਕੀ ਕਰ ਸਕਦਾ ਹੈ, ਜੇ ਤੇਰਾ ਮਨ ਹੀ ਨਾ ਕਰੇ। ਜੇ ਪ੍ਰਸਾਦ ਰੰਗ ਰਸ ਭੋਗ, ਤਰੀਕਿਆਂ ਦੇ ਸਵਾਦਲੇ ਖਾਣੇ, ਤਰੀਕਿਆਂ ਦੀਆਂ ਤੂੰ ਖੇਡਾਂ ਖੇਡਦਾ ਰਹਿੰਦਾ ਹੈ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਉਸ ਧਿਆਉਣ ਜੋਗ ਰੱਬ ਨੂੰ ਸਦਾ ਧਿਆਉਣਾ ਚਾਹੀਦਾ ਹੈ, ਜਿਹਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ। ਔਰ ਮੈਂ ਫਿਰ ਕਹਿ ਦੇਵਾਂ, ਇਹ ਤੇ ਵਿਆਖਿਆ ਹੈ, ਇਹਨੂੰ ਆਪਣੇ ਪ੍ਰੈਕਟੀਕਲ ਦੇ ਵਿੱਚ, ਸੈਲਫ ਐਨਾਲਿਸਿਸ ਦੇ ਵਿੱਚ ਸੋਚ ਕੇ ਵੇਖਣਾ ਵੀ ਮੇਰੀ ਹਿੰਮਤ ਦੇ ਵਿੱਚ ਕੀ ਹੈ ਤੇ ਰੱਬ ਦਾ ਦਿੱਤਾ ਹੋਇਆ ਕੀ ਹੈ। ਬਹੁਤੀ ਵਾਰ ਸਾਨੂੰ ਪਤਾ ਲੱਗ ਜਾਂਦਾ ਵੀ ਵਾਕਿਆ ਮੇਰੀ ਹਿੰਮਤ ਕੀ ਹੈ ਇਹਦੇ ਵਿੱਚ। ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ, ਜਿਹੇ ਪ੍ਰਸਾਦ ਪਾਟ ਪਟੰਬਰ ਹਡਾਵੇਂ, ਜਿਹਦੀ ਕਿਰਪਾ ਦੇ ਨਾਲ ਤੂੰ ਸੋਹਣੇ ਕੱਪੜੇ ਪਾ ਕੇ ਤੇ ਸਰੀਰ ਤੇ ਹੰਡਾਉਂਦਾ ਹੈ। ਇਹਨੂੰ ਮੈਂ ਕਿਉਂਕਿ ਵਾਰ-ਵਾਰ ਦੂਸਰੀਆਂ ਗੱਲਾਂ ਨਾਲ ਕਰੀ ਜਾ ਰਿਹਾ ਹਾਂ ਤੇ ਇਹਨੂੰ ਨੈਗੇਟਿਵਿਟੀ ਵਾਲੇ ਪਾਸੇ ਤੋਂ ਨਾ ਲੈ ਜਿਓ। ਵੇਖੋ ਅਸੀਂ ਤੰਦਰੁਸਤ ਹਾਂ ਤੇ ਕੱਪੜੇ ਬਦਲ ਬਦਲ ਕੇ ਪਾਉਣ ਨੂੰ ਜੀ ਕਰਦਾ ਵੀ ਹਾਂਜੀ ਅੱਜ ਆਹ ਲੈ ਲਿਆ, ਅੱਜ ਆਹ ਬਦਲ ਲਿਆ ਤੇ ਪਾ ਲਈਏ। ਤੇ ਜੇ ਭਲਾ ਕਿਤੇ ਸਰੀਰ ਰੋਗੀ ਹੋ ਜਾਵੇ ਕਿਸੇ ਕਾਰਨ ਕਰਕੇ, ਤਾਂ ਵਿਚਾਰਿਆਂ ਦਾ ਕੀ ਕਰਨਾ ਹੈ? ਜਿਹੋ ਜਿਹੇ ਉਹਨਾਂ ਨੇ ਕੱਪੜੇ ਪਵਾਤੇ ਉਹੋ ਜਿਹੇ ਪਾ ਲਏ। ਸੋਚਿਆ ਵੀ ਨਹੀਂ ਕਦੀ ਵੀ ਇਹ ਚੀਜ਼ਾਂ ਜ਼ਿੰਦਗੀ ਦੇ ਵਿੱਚ ਪਾਈਆਂ ਜਾ ਸਕਦੀਆਂ ਕਿ ਨਹੀਂ। ਮਹਾਰਾਜ ਕਹਿੰਦੇ ਸ਼ੁਕਰ ਕਰ ਜਿਹਦੀ ਕਿਰਪਾ ਦੇ ਨਾਲ ਤੂੰ ਬੜੇ ਸੋਹਣੇ ਕੱਪੜੇ ਪਾ ਲੈਂਦਾ ਹੈ। ਤਿਸੈ ਤਿਆਗ ਕਤ ਅਵਰ ਲੁਭਾਵੇ, ਤੇ ਫਿਰ ਹੋਰਨਾਂ ਚੀਜ਼ਾਂ ਤੇ ਕਦ ਦੀ ਲੋਭੀ ਹੋਈ ਜਾਣਾ ਉਹਨੂੰ ਛੱਡ ਕੇ। ਸ਼ੁਕਰ ਕਰਨਾ ਵੀ ਤੇਰੇ ਕੱਪੜੇ ਪਾਏ ਪਹਿਲਾਂ ਤੈਨੂੰ ਪਸੰਦ ਆਉਂਦੇ ਨੇ, ਤੇਰੇ ਅੰਦਰ ਇੱਛਾ ਤੇ ਹੈ। ਇਹ ਇੱਛਾ ਸ਼ਕਤੀ ਦੀ ਜ਼ਿਆਦਾ ਵਿਚਾਰ ਹੈ। ਹਜ਼ੂਰ ਕਹਿੰਦੇ ਨੇ ਜੇ ਪ੍ਰਸਾਦ ਸੁੱਖ ਸੇਜ ਸੋਈ ਜੈ, ਸੇਜ ਦਾ ਮਤਲਬ ਬੈੱਡ, ਜਿਹਦੀ ਕਿਰਪਾ ਦੇ ਨਾਲ ਤੂੰ ਬੜੇ ਸੁੱਖ ਦੇ ਨਾਲ ਆਪਣੇ ਘਰ ਦੇ ਵਿੱਚ ਸੌਂ ਜਾਂਦਾ ਹੈ, ਤੈਨੂੰ ਸਕੂਨ ਦੀ ਨੀਂਦ ਆ ਜਾਂਦੀ ਹੈ। ਮੈਂ ਇਹ ਸ਼ਾਇਦ ਕਿਸੇ ਕਥਾ ਦੇ ਵਿੱਚ ਪਹਿਲਾਂ ਵੀ ਬੋਲਿਆ ਸੀ, ਬੜੇ ਬੰਦੇ ਦੁਨੀਆ ਦੇ ਵਿੱਚ ਉਹ ਨੇ ਤੇ ਹੁਣ ਗਿਣਤੀ ਵੱਧਦੀ ਜਾ ਰਹੀ ਹੈ ਜਿਨ੍ਹਾਂ ਨੂੰ ਨੀਂਦ ਲਿਆਉਣ ਦੇ ਲਈ ਵੀ ਗੋਲੀ ਖਾਣੀ ਪੈਂਦੀ ਹੈ। ਤੇ ਸ਼ੁਕਰ ਕਰਨਾ ਚਾਹੀਦਾ ਹੈ ਉਸ ਮਾਲਕ ਦਾ ਜਿਹਨੇ ਅਜੇ ਤੱਕ ਬਚਾਇਆ ਹੈ ਵੀ ਸਾਨੂੰ ਧੱਕੇ ਵਾਲੀ ਨੀਂਦ ਨਹੀਂ ਲਿਆਉਣੀ ਪੈਂਦੀ, ਬੈੱਡ 'ਤੇ ਸੁੱਤਿਆਂ ਆਪ ਹੀ ਆ ਜਾਂਦੀ ਹੈ। ਨਹੀਂ ਤੇ ਵੇਖ ਲਓ ਫਿਰ ਜਿਹੜਾ ਸੌਵੇਂਗਾ ਗੋਲੀ ਖਾ ਕੇ, ਉਹਨੂੰ ਉਠਾਉਣ ਲਈ ਫਿਰ ਕਿੰਨੀ ਹਿੰਮਤ ਕਰਨੀ ਪੈਂਦੀ ਹੈ। ਇਹਨੂੰ ਵਿਗਾੜੀਏ ਵੀ ਨਾ,
ਆਦਤਾਂ ਨਾ ਵਿਗੜ ਜਾਣ, ਦਿੱਕਤ ਪੈਦਾ ਹੋ ਜਾਵੇਗੀ। ਸਤਿਗੁਰੂ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਸਕੂਨ ਦੀ ਨੀਂਦ ਸੌਂ ਸਕਦਾ ਹੈ ਤੇ ਤੈਨੂੰ ਨੀਂਦ ਆ ਵੀ ਜਾਂਦੀ ਹੈ। ਜਿਨ੍ਹਾਂ ਨੂੰ ਨੀਂਦ ਨਹੀਂ ਨਾ ਆਉਂਦੀ, ਆਪ ਜੀ ਸ਼ਾਇਦ ਪੜ੍ਹਿਆ ਹੋਵੇਗਾ, ਮੈਡੀਕਲ ਸਾਇੰਸ ਕਹਿੰਦੀ ਹੈ ਵੀ ਜੇ 2-3 ਦਿਨ ਬੰਦਾ ਨਾ ਸੋਵੇ ਤਾਂ ਫਿਰ ਕੀ ਹਾਲਤ ਹੋ ਜਾਂਦੀ ਹੈ। ਮੈਂ ਇੱਕ ਦੋ ਬਾਰੇ ਹੋਰ ਵੀ ਪੜ੍ਹਿਆ, ਉਹਨਾਂ ਨੇ ਜ਼ਿਆਦਾ ਵੀ ਇਹਦੇ ਤੋਂ ਜਾਗ ਕੇ ਕੱਢਿਆ ਹੈ ਦਿਨ। ਪਰ ਆਪਾਂ ਹੀ ਵੇਖੀਏ, ਆਪਾਂ ਤਾਂ ਨੋਰਮਲ ਲਾਈਫ ਜੀਣ ਵਾਲੇ ਹਾਂ। ਜੇ ਕਿਤੇ 24 ਘੰਟਿਆਂ ਦੇ ਵਿੱਚ ਇੱਕ ਦਿਨ ਸਾਡਾ ਕਿਤੇ ਨਿਕਲ ਜਾਵੇ ਇੱਦਾਂ ਦਾ ਵੀ 24 ਘੰਟੇ ਅਸੀਂ ਸੁੱਤੇ ਹੀ ਨਹੀਂ, ਫਿਰ ਖਲੋਤਿਆਂ ਵੀ ਨੀਂਦ ਆਉਣ ਲੱਗ ਪੈਂਦੇ ਵੀ ਬੰਦਾ ਡਿੱਗਣ ਦੀ ਕਰਦਾ ਵੀ ਡਿੱਗ ਪਈਏ। ਤੇ ਜੇ ਭਲਾ ਹਟ ਹੀ ਜਾਵੇ, ਇੱਦਾਂ ਦੀ ਹਾਲਤ ਹੋਵੇ ਹੀ ਨਾ, ਤੇ ਕਿੰਨਾ ਔਖਾ ਹੋ ਜਾਵੇ ਸਾਡੇ ਲਈ। ਵੀ ਬੇਚੈਨੀ ਦੀਆਂ ਨੀਂਦਾਂ, ਜਿੰਨੀ ਨੀਂਦ ਬੇਚੈਨੀ ਦੀ ਹੈ ਵੀ ਚੰਗੀ ਤਰ੍ਹਾਂ ਨਹੀਂ ਆਈ, ਮਾਨਸਿਕ ਤਣਾਅ ਓਨਾ ਹੀ ਜ਼ਿਆਦਾ ਵਧੇਗਾ। ਜਿੰਨਾ ਮਾਨਸਿਕ ਤਣਾਅ ਵਧੇਗਾ, ਬਿਮਾਰੀਆਂ ਓਨੀਆਂ ਹੀ ਵਧਣਗੀਆਂ। ਇਸ ਕਰਕੇ ਨੀਂਦ ਵੀ ਬੜੀ ਮਾਲਕ ਦੀ ਕਮਾਲ ਦੀ ਦਾਤ ਹੈ। ਜੇ ਪ੍ਰਸਾਦ ਸੁਖ ਸੇਜ ਸੋਈ ਜੈ, ਮਨ 8 ਪਹਿਰ ਤਾਕਾ ਜਸ ਗਾਵੀਜੈ। ਇਹ ਮਨ 8 ਪਹਿਰ 24/7 ਦੀ ਗੱਲ ਹੈ ਵੀ ਦਿਨ ਰਾਤ ਉਸ ਮਾਲਕ ਦਾ ਜਾਪ ਕਰ। ਕਿੰਨਾ ਔਖਾ ਹੈ। ਮੈਂ ਬੇਨਤੀ ਕਰ ਦੇਵਾਂ, ਤੁਸੀਂ ਸਾਰੇ ਪਾਠ ਕਰਨ ਵਾਲੇ ਵੀ ਹੋਵੋਗੇ, 2 ਮਿੰਟ ਲੱਗਦੇ ਨੇ ਸੋਹਿਲਾ ਸਾਹਿਬ ਦਾ ਪਾਠ ਕਰਦਿਆਂ। ਕੀ ਔਖਾ ਹੈ। ਜੇ ਬੰਦਾ ਕਵੇ ਨਾ ਵੀ ਚਲੋ ਜੀ ਸੁਖਮਨੀ ਸਾਹਿਬ ਕਰਦੇ ਤਾਂ 1.5 ਘੰਟਾ ਲੱਗ ਗਿਆ, ਕਿੰਨਾ ਕੁ ਟਾਈਮ ਲੱਗਦਾ ਸੋਹਿਲਾ ਸਾਹਿਬ ਦਾ ਪਾਠ ਕਰਦੇ। ਮੋਬਾਈਲ ਰੱਖੀਏ ਨਾ, ਤੇ ਮੋਬਾਈਲ ਰੱਖ ਕੇ ਤੇ ਬੰਦਾ ਸੌਂ ਵੀ ਨਹੀਂ ਸਕਦਾ, ਉਨੀ ਛੇਤੀ ਉਹਦੇ ਤੋਂ ਪਹਿਲਾਂ ਸੋਹਿਲਾ ਸਾਹਿਬ ਹੋ ਜਾਂਦਾ। ਪਰ ਜੇ ਆਦਤ ਪਈ ਹੋਵੇਗੀ ਤੇ ਹੋ ਜਾਵੇਗਾ, ਆਦਤ ਨਹੀਂ ਪਈ ਹੋਵੇਗੀ ਤੇ ਨਹੀਂ ਹੋਵੇਗਾ, ਭਾਵੇਂ ਜਿੰਨਾ ਮਰਜ਼ੀ ਛੋਟਾ ਪਾਠ। ਇਸ ਕਰਕੇ ਯਾਦ ਹੋਣਾ ਚਾਹੀਦਾ ਹੈ। 5 ਸ਼ਬਦ ਨੇ ਸਾਰੇ। ਹਜ਼ੂਰ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਸੌਂਦਾ ਹੈ ਤੇ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਕਿਉਂ ਨਹੀਂ ਕਰ ਸਕਦਾ? ਤੂੰ ਉੱਠਣ ਤੋਂ ਬਾਅਦ ਜਪਜੀ ਸਾਹਿਬ ਕਿਉਂ ਨਹੀਂ ਕਰ ਸਕਦਾ? ਹਿੰਮਤ ਰੱਖ ਨਾ, ਉਹਨੂੰ ਚੇਤੇ ਤੇ ਕਰ। ਫਿਰ ਅਗਲੇ ਬਚਨ ਵੇਖੋ, ਜੇ ਪ੍ਰਸਾਦ ਤੁਝ ਸਭ ਕੋਊ ਮਾਨੈ। ਸਾਰੇ ਜਾਣੇ ਤੈਨੂੰ ਮਾਣ ਦਿੰਦੇ ਨੇ ਜਿਹਦੀ ਕਿਰਪਾ ਦੇ ਨਾਲ। ਜੇ ਤੂੰ ਕਿਸੇ ਮੁਕਾਮ 'ਤੇ ਪਹੁੰਚ ਗਿਆ ਹੈ, ਦੁਨੀਆ ਤੇਰੀ ਰਿਸਪੈਕਟ ਕਰਦੀ ਹੈ। ਮੁੱਖ ਤਾਕੋ ਜਸ ਰਸਨ ਬਖਾਨੈ। ਜ਼ੁਬਾਨ ਦੇ ਨਾਲ, ਮੂੰਹ ਦੇ ਨਾਲ ਉਹਦਾ ਰਸ ਕਿਉਂ ਨਹੀਂ, ਉਹਦਾ ਜਸ ਕਿਉਂ ਨਹੀਂ ਬੋਲਦਾ, ਉਹਦੀ ਉਪਮਾ ਕਿਉਂ ਨਹੀਂ ਕਰਦਾ ਵੀ ਸ਼ੁਕਰ ਕਰ ਸੱਚੇ ਪਾਤਸ਼ਾਹ, ਇਹ ਤੇਰੀ ਵਡਿਆਈ ਹੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ। ਹਜ਼ੂਰ ਕਹਿੰਦੇ ਨੇ ਜਿਹਦੀ ਕਿਰਪਾ ਦੇ ਨਾਲ, ਜਿਹੜਾ ਤੂੰ ਕਿਸੇ ਨੂੰ ਮੰਨ ਲਓ ਜ਼ੁਬਾਨ ਦਿੱਤੀ ਹੈ ਵੀ ਹਾਂਜੀ ਮੈਂ ਵਾਅਦਾ ਕੀਤਾ ਸੀ ਵੀ ਇਸ ਵਾਅਦੇ ਨੂੰ ਮੈਂ ਪੂਰਾ ਕਰ ਦੇਵਾਂਗਾ, ਤੇ ਤੇਰਾ ਵਾਅਦਾ ਨਿਭ ਗਿਆ। ਤੇਰੇ ਅੰਦਰ ਕੀ ਹਿੰਮਤ ਸੀ ਵੀ ਤੂੰ ਵਾਅਦਾ ਨਿਭਾ ਸਕਦਾ ਸੀ? ਸ਼ੁਕਰ ਕਰ ਵੀ ਰੱਬ ਨੇ ਤੇਰਾ ਵਾਅਦਾ ਪੂਰਾ ਕਰਵਾ ਦਿੱਤਾ। ਜਿਹਦੀ ਕਿਰਪਾ ਦੇ ਨਾਲ ਤੂੰ ਲੋਕਾਂ ਦੇ ਵਿੱਚ ਪਹਿਚਾਣਿਆ ਜਾਂਦਾ ਹੈ ਵੀ ਇਹ ਬੰਦਾ ਬੜੇ ਫਰਜ਼ ਵਾਲਾ ਹੈ, ਬੜੇ ਮਾਣ ਵਾਲਾ ਹੈ, ਇਹਦੇ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਸਦਾ ਇੱਕ ਤੇ ਇੱਕ ਮਾਲਕ ਨੂੰ ਜਪ, ਪ੍ਰਭ ਜੀ ਜਪਤ ਦਰਗਾਹ ਮਾਨ ਪਾਵਹਿ। ਵਾਹਿਗੁਰੂ ਨੂੰ ਜਪ ਕੇ ਤੂੰ ਮਾਲਕ ਦੇ ਘਰ ਦੇ ਵਿੱਚ ਮਾਣ ਪ੍ਰਾਪਤ ਕਰ ਲਵੇਂਗਾ। ਨਾਨਕ ਪਤ ਛੇਤੀ ਕਰ ਜਾਵਹਿ। ਇੱਜ਼ਤ ਦੇ ਨਾਲ, ਮਾਣ ਦੇ ਨਾਲ ਤੂੰ ਇਸ ਸੰਸਾਰ ਦੇ ਵਿੱਚੋਂ ਤੇ ਇਸ ਸੰਸਾਰ ਦੇ ਵਿੱਚ ਰਹਿ ਕੇ ਰੁਖਸਤ ਹੋਵੇਂਗਾ, ਵਿਦਾ ਹੋਵੇਂਗਾ। ਅਗਲਾ ਸ਼ੁਕਰ, ਜੇ ਮੈਨੂੰ ਫੇਰ ਕਹਿ ਦਈਏ ਵੀ ਸਤਿਗੁਰੂ ਨੇ ਕੀ ਕਿਹਾ ਹੈ ਵੀ ਰੱਬ ਨੇ ਸਾਨੂੰ ਦਿੱਤਾ, ਵੇਖੋ ਕਿੰਨਾ ਕੁਝ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ। ਮਰਦ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰੀ ਦੇਹੀ ਨੂੰ ਕੋਈ ਰੋਗ ਨਹੀਂ ਹੈ, ਅਰੋਗੀ ਹੈ, ਤੇ ਸੋਨੇ ਵਰਗਾ ਸਰੀਰ ਹੈ ਤੇਰਾ। ਹੁਣ ਤੇ ਸੋਨੇ ਦੀ ਖਿੱਚ ਹੋ ਗਈ ਨਾ ਵੀ ਹਾਂਜੀ ਜੀ ਵੀ ਆਹ ਸੋਨਾ ਪਾਉਣਾ ਹੈ ਜਾਂ ਸੋਨਾ ਖਰੀਦਣਾ ਹੈ। ਇਹ ਤੇ ਬਾਹਰ ਦੀਆਂ ਚੀਜ਼ਾਂ ਨੇ। ਸਰੀਰ ਰੋਗੀ ਹੋਵੇਗਾ ਤੇ ਸੋਨਾ ਪਾਉਣ ਨੂੰ ਵੀ ਜੀਅ ਨਹੀਂ ਕਰੇਗਾ। ਕਦੀ ਕਿਸੇ ਨੇ ਹਸਪਤਾਲ 'ਚ ਮੰਗਿਆ ਵੀ ਮੈਂ ਹਸਪੀਟਲ ਬੈਠਾ ਤੇ ਲਿਆਓ ਮੇਰੇ ਲਈ ਸੋਨਾ ਲੈ ਕੇ ਆਓ, ਉੱਥੇ ਤੇ ਉਹ ਮੰਗਦਾ ਵੀ ਦਵਾਈ ਲੈ ਕੇ ਮੈਨੂੰ ਠੀਕ ਕਰ ਲਓ ਤਾਂ ਮੈਂ ਘਰ ਨੂੰ ਜਾਵਾਂ। ਪਹਿਲਾਂ ਤੰਦਰੁਸਤੀ ਮੰਗਦਾ ਹੈ ਬੰਦਾ। ਸਤਿਗੁਰੂ ਕਹਿੰਦੇ ਸ਼ੁਕਰ ਕਰ ਉਸ ਰੱਬ ਦਾ ਵੀ ਤੇਰਾ ਸੋਨੇ ਵਰਗਾ ਸਰੀਰ ਹੈ। ਇਹ ਤਾਂ ਸ਼ਾਇਦ ਮੁਹਾਵਰਾ ਖਤਮ ਹੋ ਗਿਆ। ਪਹਿਲਾਂ ਕਿਸੇ ਨੂੰ ਕਿਹਾ ਜਾਂਦਾ ਸੀ ਨਾ ਵੀ ਸਰੀਰ ਦੀ ਉਪਮਾ ਦੇਣੀ, ਤੇ ਜਿਹੜਾ ਬੜਾ ਤਗੜਾ ਹੋਣਾ ਉਹਨੂੰ ਕਹਿਣਾ ਵੀ ਇਹ ਤਾਂ ਲੋਹੇ ਵਰਗਾ ਸਰੀਰ ਹੈ, ਮਤਲਬ ਬੜੀ ਤਾਕਤ ਵਾਲਾ ਹੈ। ਤੇ ਜਿਹਦਾ ਸਰੀਰ ਨਿਰੋਗੀ ਹੋਣਾ ਉਹਨੂੰ ਕਹਿਣਾ ਵੀ ਤੇਰਾ ਸੋਨੇ ਵਰਗਾ ਸਰੀਰ ਹੈ, ਮਤਲਬ ਜਿੱਦਾਂ ਸੋਨਾ ਕੀਮਤੀ ਹੈ ਨਾ, ਉਹ ਭਾਈ ਤੇਰਾ ਸਰੀਰ ਹੀ ਵੇਖ ਕਿੱਡੇ ਕਮਾਲ ਦਾ ਹੈ। ਜੇ ਪ੍ਰਸਾਦ ਆਰੋਗ ਕੰਚਨ ਦੇਹੀ। ਮੈਂ ਫੇਰ ਬੇਨਤੀ ਕਰ ਦੇਵਾਂ, ਸ਼ੁਕਰ ਕੀਤਾ ਰੱਬ ਨੇ, ਜਿੱਦਾਂ ਦੇ ਆਲੇ ਦੁਆਲੇ ਹਾਲਾਤ ਨੇ, ਰੱਬ ਨੇ ਤੰਦਰੁਸਤੀਆਂ ਦੇਤੀਆਂ ਨੇ ਜਾਂ ਰੱਬ ਨੇ ਅਜੇ ਤੱਕ ਤੰਦਰੁਸਤ ਰੱਖਿਆ ਹੈ। ਤੇ ਸਤਿਗੁਰੂ ਕਹਿੰਦੇ ਸ਼ੁਕਰ ਕਰ ਉਸ ਮਾਲਕ ਦਾ, ਜਿਨ੍ਹਾਂ ਦਾ ਜਿਹੜੇ ਚਲੇ ਗਏ ਉਹਨਾਂ ਦਾ ਜੀ ਥੋੜ੍ਹਾ ਕਰਦਾ ਸੀ ਜਾਣ ਨੂੰ, ਪਰ ਕਿਰਪਾ ਕੀਤੀ ਨਾ ਮਾਲਕ ਨੇ, ਜੇ ਮੈਨੂੰ ਇਸ ਘੜੀ ਦੇ ਵਿੱਚ ਇੱਥੇ ਰੱਖਿਆ ਵੀ ਤੂੰ ਠੀਕ ਹੋ ਗਿਆ ਹੈ। ਹਜ਼ੂਰ ਦੇ ਬਚਨ ਵੇਖੋ, ਲਿਵ ਲਾਭੋ ਤਿਸ ਰਾਮ ਸਨੇਹੀ। ਉਸ ਪਿਆਰੇ ਰੱਬ ਦੇ ਨਾਲ ਆਪਣਾ ਚਿੱਤ ਜੋੜ ਜਿਹਨੇ ਤੈਨੂੰ ਬਚਾ ਲਿਆ। ਹਜ਼ੂਰ ਕਹਿੰਦੇ ਜੇ ਪ੍ਰਸਾਦ ਤੇਰਾ ਓਲਾ ਰਹਿਤ। ਓਲਾ ਦਾ ਮਤਲਬ ਪਰਦਾ, ਜਿੱਦਾਂ ਦੀਵਾਰ ਹੈ, ਦੀਵਾਰ ਦੇ ਅਗਲੇ ਪਾਸੇ ਕੀ ਹੈ, ਸਾਡੇ ਤੋਂ ਓਲੇ ਹੈ। ਮੇਰੇ ਪਿੱਛੇ ਕੀ ਹੈ, ਮੇਰੇ ਤੋਂ ਓਲੇ ਹੈ। ਤੁਹਾਡੇ ਪਿੱਛੇ ਕੀ ਹੈ, ਤੁਹਾਡੇ ਤੋਂ ਓਲੇ ਹੈ।
ਜੇ ਪ੍ਰਸਾਦ ਤੇਰਾ ਓਲਾ ਰਹਿਤ। ਮੇਰੇ ਦਿਲ ਦੇ ਵਿੱਚ ਕਥਾ ਤੋਂ ਬਾਅਦ ਪੂਰਾ ਜਿਹੜਾ 24 ਘੰਟੇ ਦਾ ਦਿਨ ਹੈ, ਉਦੋਂ ਕੀ ਚੱਲਦਾ ਹੈ, ਤੁਹਾਡੇ ਅੰਦਰ ਕੀ ਚੱਲਦਾ ਹੈ, ਕੋਈ ਦੂਸਰਾ ਥੋੜ੍ਹਾ ਜਾਣ ਸਕਦਾ ਜਦੋਂ ਤੱਕ ਮੈਂ ਬੋਲਾਂਗਾ ਨਹੀਂ, ਤੇ ਜਦੋਂ ਤੱਕ ਤੁਸੀਂ ਬੋਲੋਗੇ ਨਹੀਂ। ਹਜ਼ੂਰ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੇਰਾ ਓਲਾ ਰਹਿ ਜਾਂਦਾ ਹੈ, ਵੀ ਤੇਰੇ ਅੰਦਰ ਦੀਆਂ ਗੱਲਾਂ ਐਵੇਂ ਨਹੀਂ ਦੁਨੀਆ ਪੜ੍ਹ ਸਕਦੀ। ਫਿਰ ਗੁਰੂ ਸਾਹਿਬ ਕੀ ਕਹਿੰਦੇ ਨੇ, ਮਨ ਸੁਖ ਪਾਵੇਂ ਹਰ ਹਰ ਜਸ ਕਹਿਤ। ਐ ਮਨ ਹਰੀ ਦੇ ਜਸ ਨੂੰ ਕਹਿ ਕਹਿ ਕੇ ਤੂੰ ਸੁਖ ਪ੍ਰਾਪਤ ਕਰ ਲਵੇਂਗਾ। ਵੈਸੇ ਸਾਡਾ ਬਾਣੀ ਪੜ੍ਹਨ ਦਾ ਤਰੀਕਾ ਇੱਥੋਂ ਤੱਕ ਪਹੁੰਚ ਜਾਣਾ ਚਾਹੀਦਾ ਹੈ ਜਿੱਥੇ ਸਾਨੂੰ ਬਾਣੀ ਸੁਣੇ ਤੇ ਬਾਣੀ ਪੜ੍ਹੀਏ ਤੇ ਸਾਨੂੰ ਆਨੰਦ ਹੋਵੇ। ਸਾਨੂੰ ਇੰਜ ਨਾ ਲੱਗੇ ਵੀ ਕੰਮ ਮੁਕਾਉਣਾ ਹੈ, ਸਾਨੂੰ ਇੰਜ ਲੱਗੇ ਵੀ ਹਾਂ ਮੈਂ ਇਹਨੂੰ ਜਦੋਂ ਸੁਣ ਲੈਂਦਾ ਹਾਂ ਨਾ ਤੇ ਮੈਨੂੰ ਸਕੂਨ ਮਿਲਦਾ ਹੈ। ਸਤਿਗੁਰੂ ਕਹਿੰਦੇ ਉਹਨੂੰ ਕਹਿ ਕਹਿ ਕੇ ਸੁਖ ਪਾਵੇਂਗਾ। ਮਨ ਸੁਖ ਪਾਵੇਂ ਹਰ ਹਰ ਜਸ ਕਹਿਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ। ਛਿਦਰ ਕਮਜ਼ੋਰੀ, ਜਿਹਦੀ ਕਿਰਪਾ ਦੇ ਨਾਲ ਤੇਰੀਆਂ ਕਮਜ਼ੋਰੀਆਂ ਢਕੀਆਂ ਜਾਂਦੀਆਂ ਨੇ। ਇਹ ਬੜਾ ਸੌਖਾ ਜਿਹਾ ਪਾਸਾ ਹੈ ਸਮਾਜ ਦਾ। ਮੇਰੀ ਕੋਈ ਕਮਜ਼ੋਰੀ ਹੋਵੇਗੀ ਨਾ, ਮੈਨੂੰ ਪਤਾ ਹੈ ਤੇ ਮੈਂ ਤਾਂ ਠੀਕ ਕਰ ਲਵਾਂਗਾ, ਮੈਂ ਤਾਂ ਫਿਕਸ ਕਰ ਲਵਾਂਗਾ। ਪਰ ਜੇ ਸਮਾਜ ਨੂੰ ਪਤਾ ਲੱਗ ਗਈ, ਸਮਾਜ ਨੇ ਫਿਕਸ ਨਹੀਂ ਕਰਨੀ, ਸਮਾਜ ਨੇ ਸਗੋਂ ਉਹਨੂੰ ਹੋਰ ਵੱਡਾ ਕਰ ਦੇਣਾ। ਇਹ ਪ੍ਰੋਬਲਮ ਹੈ ਸਾਡੀ ਸਾਰਿਆਂ ਦੀ, ਇੱਕ ਦੂਸਰੇ ਦੇ ਨਾਲ ਹੋਵੇਗੀ। ਬੜੇ ਵਿਰਲੇ ਹੁੰਦੇ ਨੇ ਜਿਹੜੇ ਕਿਸੇ ਦੀ ਕਮਜ਼ੋਰੀ ਵੇਖ ਕੇ ਤਾਂ ਦਬਾ ਜਾਂਦੇ ਨੇ ਵੀ ਚਲੋ ਕੋਈ ਨਹੀਂ, ਨਹੀਂ ਕਿਸੇ ਨੂੰ ਦੱਸਣਾ। ਪਰ ਵੇਖੋ ਆਮ ਸੁਸਾਇਟੀ ਦੀ ਹਾਲਤ ਕੀ ਹੈ। ਗੁਰੂ ਸਾਹਿਬ ਕਹਿੰਦੇ ਵੀ ਸ਼ੁਕਰ ਕਰ, ਤੇਰੀਆਂ ਗਲਤੀਆਂ ਤੇਰੇ ਅੰਦਰ ਹੀ ਰਹਿ ਜਾਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿੰਦਾ, ਮੈਂ ਆਪਣੀ ਗੱਲ ਹੀ ਕਹਿੰਦਾ ਹੈ, ਮੈਂ ਕਿਸੇ ਦੀ ਨਹੀਂ ਕਰਦਾ। ਕਿੰਨੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਪਣੇ ਮਾਂ ਪਿਓ ਨੂੰ ਵੀ ਨਹੀਂ ਦੱਸਦੇ ਆਪਣੀਆਂ, ਕਿੰਨੀਆਂ ਗੱਲਾਂ ਨੇ ਕਿਸੇ ਨੂੰ ਨਹੀਂ ਦੱਸਦੇ, ਸਿਰਫ ਸਾਨੂੰ ਹੀ ਪਤਾ ਹੁੰਦੀਆਂ ਨੇ ਤੇ ਇਕੱਲੇ ਨੂੰ ਹੀ ਪਤਾ ਨੇ, ਭਾਵੇਂ ਅਸੀਂ ਕਿੰਨੇ ਵੀ ਕਿਸੇ ਦੇ ਨੇੜੇ ਹਾਂ। ਮਰਜ਼ ਕਹਿੰਦੇ ਤੇਰੇ ਅੰਦਰ ਹੀ ਦੱਬੀਆਂ ਰਹਿੰਦੀਆਂ ਨੇ ਨਾ। ਸ਼ੁਕਰ ਕਰ ਤੇਰੀਆਂ ਕਮਜ਼ੋਰੀਆਂ ਤੇਰੇ ਅੰਦਰ ਹੀ ਟੱਕੀਆਂ ਰਹਿ ਜਾਂਦੀਆਂ ਨੇ। ਜਿਹ ਪ੍ਰਸਾਰ ਤੇਰੇ ਸਗਲ ਛਿਦਰ ਢਾਕੇ। ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਕੇ। ਇਹ ਸਾਰਾ ਮਨ ਨੂੰ ਸੰਬੋਧਨ ਹੈ, ਕਿਸੇ ਬਾਹਰ ਦੇ ਬੰਦੇ ਨੂੰ ਨਹੀਂ, ਆਪਣੇ ਮਨ ਦੇ ਨਾਲ ਗੱਲਾਂ ਨੇ ਵੀ ਇਹ ਮਨ ਉਸ ਮਾਲਕ ਦੀ ਸ਼ਰਨ ਦੇ ਵਿੱਚ ਪੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ। ਅਤੇ ਸੌਖਾ ਜਿਹਾ, ਬੜਾ ਸੌਖਾ ਸੌਖੇ ਵਿਆਖਿਆ ਹੈ। ਆਪ ਜੀ ਪੜ੍ਹਦੇ ਹੋਵੋਗੇ, ਜਿੰਨੇ ਲੋਕ ਇੱਕ ਦੂਜੇ ਨੂੰ ਬਦਦੁਆਵਾਂ ਦਿੰਦੇ ਨੇ, ਜੇ ਕਿਤੇ ਸਾਰੀਆਂ ਲੱਗਣ ਲੱਗ ਪੈਣ ਤਾਂ ਦੁਨੀਆ 'ਚ ਕੋਈ ਵੀ ਨਾ ਜਿਉਂਦਾ ਹੋਵੇ। ਇੱਦਾਂ ਹੀ ਹੈ, ਤੁਸੀਂ ਵੇਖਦੇ ਹੀ ਜੇ, ਜਿੰਨਾ ਕਿਸੇ ਨੂੰ ਮਾੜਾ ਬੋਲਤਾ ਵੀ ਤੇਰਾ ਕੁਝ ਨਾ ਰਵੇ, ਜੇ ਭਲਾ ਉਸੇ ਵੇਲੇ ਇੱਦਾਂ ਹੋਣ ਲੱਗ ਪਵੇ ਤੇ ਮੇਰੇ ਹਿਸਾਬ ਨਾਲ ਤਾਂ ਕੋਈ ਬੈਠਾ ਹੀ ਨਾ ਹੋਵੇ। ਮਹਾਰਾਜ ਕੀ ਕਹਿੰਦੇ ਵੀ ਜਿਹਦੀ ਕਿਰਪਾ ਦੇ ਨਾਲ ਤੁਝ ਕੋ ਨਾ ਪਹੁੰਚੇ। ਦੁਨੀਆ ਤੇਰੇ ਬਾਰੇ ਕਿੰਨਾ ਵੀ ਮਾੜਾ ਸੋਚਦੀ ਹੈ, ਤੇਰਾ ਕਿੰਨਾ ਵੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੀ ਹੈ, ਤੇਰੇ ਉੱਤੇ ਇੱਕ ਵੀ ਚੀਜ਼ ਦਾ ਪ੍ਰਭਾਵ ਨਹੀਂ ਨਾ ਪੈਂਦਾ। ਸਤਿਗੁਰੂ ਕਹਿੰਦੇ ਨੇ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਉਸ ਉੱਚੇ ਰੱਬ ਨੂੰ ਸਿਮਰ ਜਿਹੜਾ ਤੇਰੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ ਤੇ ਤੈਨੂੰ ਤਤੀ ਵਾਬ ਨਹੀਂ ਲੱਗਦੀ। ਮੈਂ ਬੇਨਤੀ ਕਰ ਦੇਵਾਂ, ਕਈਆਂ ਨੂੰ ਇਸ ਗੱਲ ਦਾ ਵਹਿਮ ਹੁੰਦਾ ਜੀ ਸਾਨੂੰ ਕਿਸੇ ਨੇ ਕੁਝ ਕਰਤਾ, ਸਾਡੀ ਦੁਕਾਨ ਦੇ ਵਿੱਚ ਉਹ ਹੋ ਗਿਆ। ਗੁਰੂ ਸਾਹਿਬ ਕੀ ਕਹਿੰਦੇ ਨੇ, ਸਿਰ ਉੱਪਰ ਠਾਡਾ ਗੁਰ ਸੂਰਾ। ਇਸੇ ਬਾਣੀ ਦਾ ਬਚਨ ਹੈ। ਜਿਹਦੇ ਸਿਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨੂੰ ਵਹਿਮ ਨਹੀਂ ਕਰਨਾ ਚਾਹੀਦਾ ਇਹਨਾਂ ਗੱਲਾਂ ਦਾ। ਜਿਹਦੀ ਕਿਰਪਾ ਦੇ ਨਾਲ ਛਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਨ ਪਾਵੈ। ਦੁਨੀਆ ਲਾਈ ਜਾਵੇ ਜ਼ੋਰ ਆਪਣਾ। ਮਰਦ ਕਹਿੰਦੇ ਨੇ ਦੁਨੀਆ ਬੜਾ ਜ਼ੋਰ ਲਾਵੇ, ਪਰ ਜਿਹਦੀ ਕਿਰਪਾ ਦੇ ਨਾਲ ਤੂੰ ਹਰ ਵੇਲੇ ਬਚ ਜਾਂਦਾ ਹੈ। ਹਜ਼ੂਰ ਦੇ ਬਚਨ ਵੇਖੋ, ਜੇ ਪ੍ਰਸਾਦ ਪਾਈ ਦੁਰਲੱਭ ਦੇ। ਜਿਹਦੀ ਕਿਰਪਾ ਦੇ ਨਾਲ ਤੂੰ ਇੰਨੀ ਦੁਰਲੱਭ ਦੇ ਹੀ ਪਾ ਲਈ ਹੈ, ਜਿਹੜੀ ਐਡੀ ਸੌਖੀ ਨਹੀਂ ਮਿਲਦੀ ਹੈ ਨਾ। ਨਾਨਕ ਤਾ ਕੀ ਭਗਤ ਕਰੇ, ਉਸ ਰੱਬ ਦੀ ਭਗਤੀ ਕਰ। ਜੇ ਪ੍ਰਸਾਦ ਆ ਭੂਖਨ ਪਹਿਰੀਜੈ ਅਭੂਖਨ। ਵਿਭੂਸ਼ਿਤ ਜਿਹੜਾ ਗਹਿਣੇ ਪਾਉਣੇ ਹੁੰਦੇ ਨੇ, ਮਰਦ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਗਹਿਣੇ ਪਾ ਲੈਣਾ ਹੈ। ਮੈਂ ਫਿਰ ਦੁਹਰਾ ਦੇਵਾਂ, ਮਰਦ ਇਹ ਨਾ ਸੋਚੇ ਵੀ ਪ੍ਰਮੋਟ ਕਰਦੇ ਪਏ ਨੇ ਗਹਿਣਿਆਂ ਨੂੰ। ਸਾਡੀ ਬੜੀ ਸੌਖੀ ਲਾਈਫ ਦੱਸੀ ਹੈ ਮਹਾਰਾਜ ਨੇ। ਸਿਰਫ ਇੱਕ ਗੱਲ ਲਈ ਹੈ ਮਹਾਰਾਜ ਨੇ ਵੀ ਉਹਦੀ ਕਿਰਪਾ ਤੋਂ ਬਿਨਾਂ ਤੂੰ ਪਾ ਵੀ ਕੀ ਸਕਦਾ ਹੈ। ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਤੇ ਜੇ ਗਹਿਣੇ ਪਾਉਣ ਲਈ ਇੰਨਾ ਤੂੰ ਈਗਰ ਹੈ, ਇੰਨਾ ਜ਼ਿਆਦਾ ਤੇਜ਼ ਹੈ, ਤੇ ਪਾਠ ਕਰਨ ਲਈ ਫਿਰ ਕਿਉਂ ਢਿੱਲਾ ਹੋ ਜਾਂਦਾ ਤੂੰ? ਉਦੋਂ ਤੈਨੂੰ ਕਿਉਂ ਆਲਸ ਆ ਜਾਂਦਾ ਹੈ? ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸ਼ਵ ਹਸਤ ਅਸਵਾਰੀ। ਹਾਥੀਆਂ ਘੋੜਿਆਂ ਦੀ ਸਵਾਰੀ ਜਿਹਦੀ ਕਿਰਪਾ ਦੇ ਨਾਲ ਕਰਦਾ ਹੈ। ਚੰਗੇ ਲੰਮੇ ਸਫ਼ਰ ਦੇ ਉੱਤੇ ਯਾਤਰਾ ਕਰਨ ਦੇ ਲਈ ਤੁਰ ਪੈਣਾ ਵੀ ਅੱਜ ਉੱਧਰੋਂ ਘੁੰਮ ਕੇ ਆਈਏ ਤਾਂ ਇੱਧਰੋਂ ਘੁੰਮ ਕੇ ਆਈਏ। ਹਜ਼ੂਰ ਕਹਿੰਦੇ, ਮਨ ਤਿਸ ਪ੍ਰਭ ਕਉ ਕਬਹੂ ਨਾ ਵਿਸਾਰੀ। ਉਸ ਮਾਲਕ ਨੂੰ ਕਦੀ ਵੀ ਨਾ ਭੁਲਾ। ਜੇ ਪ੍ਰਸਾਦ ਬਾਗ ਮਿਲਖ ਧਨਾ। ਬਾਗ ਸੌਖਾ ਜਿਹਾ ਸ਼ਬਦ ਹੈ ਪੰਜਾਬੀ ਦਾ। ਮਿਲਖ ਜਾਇਦਾਦ ਹੁੰਦੀ ਹੈ, ਧਨ ਪੈਸਾ। ਜਿਹਦੀ ਕਿਰਪਾ ਦੇ ਨਾਲ ਥੋੜ੍ਹੀ ਬਹੁਤੀ ਪ੍ਰਾਪਰਟੀ ਕਿਤੇ ਤੇਰੇ ਨਾਂ ਦੇ ਉੱਤੇ ਬੋਲਦੀ ਹੈ। ਸਤਿਗੁਰੂ ਕਹਿੰਦੇ, ਰਾਖ ਪਰੋਏ ਪ੍ਰਭ ਆਪਣੇ ਮਨਾ। ਉਸ ਰੱਬ ਨੂੰ ਆਪਣੇ ਮਨ ਦੇ ਵਿੱਚ ਪਰੋ ਕੇ ਰੱਖ। ਜਿਨ ਤੇਰੀ ਮਨ ਬਣਤ ਬਣਾਈ। ਇਹ ਮਨ ਜਿਸ ਮਾਲਕ ਨੇ ਤੈਨੂੰ ਬਣਤਰ ਬਣਾਈ ਹੈ, ਤੇਰੀ ਜਿਹਨੇ ਤੈਨੂੰ ਸਾਜਿਆ ਹੈ,
ਊਠਤ ਬੈਠਤ ਸਦ ਤਿਸਹਿ ਧਿਆਈ, ਉੱਠਦਿਆਂ ਬੈਠਦਿਆਂ ਭਾਵ ਕਿ ਹਰ ਵੇਲੇ ਉਹਨੂੰ ਧਿਆ। ਤਿਸਹਿ ਧਿਆਏ ਜੋ ਏਕ ਅਲੱਖ ਹੈ, ਉਹਨੂੰ ਧਿਆ ਜਿਹੜਾ ਇੱਕ ਹੈ ਤੇ ਅਲੱਖ ਹੈ, ਭਾਵ ਕਿ ਜਿਹਨੂੰ ਲਖਿਆ ਨਹੀਂ ਜਾ ਸਕਦਾ, ਪੂਰਨ ਤੌਰ ਤੇ ਜਾਣਿਆ ਨਹੀਂ ਜਾ ਸਕਦਾ। ਹਜ਼ੂਰ ਕਹਿੰਦੇ ਇਹਾਂ ਉਹਾਂ ਨਾਨਕ ਤੇਰੀ ਰੱਖੈ, ਜਿਹੜਾ ਲੋਕ ਤੇ ਪਰਲੋਕ ਦੇ ਵਿੱਚ ਤੇਰੀ ਇੱਜ਼ਤ ਰੱਖਣ ਵਾਲਾ ਹੈ, ਪ੍ਰੈਜ਼ੈਂਟ ਤੇ ਫਿਊਚਰ ਦੇ ਵਿੱਚ ਵੀ ਤੇਰੀ ਇੱਜ਼ਤ ਰੱਖਣ ਵਾਲਾ ਹੈ। ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ, ਇਹ ਦਾਨੀਆਂ ਦੀ ਗੱਲ ਆ ਗਈ। ਆਪਾਂ ਕੱਲ ਵੀ ਇਹਦੇ ਬਾਰੇ ਜ਼ਿਆਦਾ ਪੜ੍ਹਿਆ ਸੀ ਵੀ ਬੰਦੇ ਨੂੰ ਲੱਗੇ ਵੀ ਬੰਦਾ ਦਾਨੀ ਹੈ ਤੇ ਉਧਾਰੀਆਂ ਚੀਜ਼ਾਂ ਨੇ ਬਸ ਗਾਂ ਗਾਂ ਵੰਡੀ ਜਾਂਦੇ ਹਾਂ। ਮਹਾਰਾਜ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਤੂੰ ਬੜੇ ਪੁੰਨ ਦਾਨ ਕਰਦਾ ਹੈ। ਮਨ ਆਠ ਪਹਿਰ ਕਰ ਤਿਸਕਾ ਧਿਆਨ, ਇਹ ਨਾ ਕਹਿ ਵੀ ਮੈਂ ਦਾਨ ਕੀਤਾ, ਸਗੋਂ ਰੱਬ ਦਾ ਧਿਆਨ ਕਰ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਜੇ ਭਲਾ ਤੂੰ ਦੁਨੀਆ ਦੇ ਵਿੱਚ ਚੰਗਾ ਹੋ ਵੀ ਗਿਆ ਹੈ, ਤੇਰੇ ਅੰਦਰ ਚੰਗੇ ਗੁਣ ਆ ਗਏ, ਤੂੰ ਆਚਾਰ ਵਾਲਾ ਹੋ ਗਿਆ, ਚੰਗੇ ਕਰੈਕਟਰ ਵਾਲਾ ਹੋ ਗਿਆ, ਦੁਨੀਆ ਤੇਰਾ ਗੁਣ ਵੀ ਗਾਉਣ ਲੱਗ ਪਈ ਆ ਵੀ ਇਹ ਬੰਦਾ ਭਰੋਸੇਯੋਗ ਹੈ। ਸਤਿਗੁਰੂ ਕਹਿੰਦੇ ਫਿਰ ਹੰਕਾਰ ਦੇ ਵਿੱਚ ਨਾ ਆ ਜਾਵੀਂ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ, ਉਸੇ ਵੇਲੇ ਇਹ ਕਹਿ ਦੇਵੀਂ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਹਰ ਵੇਲੇ ਉਹਨੂੰ ਚੇਤੇ ਦੇ ਵਿੱਚ ਰੱਖ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਹਦੀ ਕਿਰਪਾ ਦੇ ਨਾਲ ਆ ਤੇਰਾ ਰੂਪ ਜਿਹੜਾ ਹੈ ਨਾ ਉਹ ਸੋਹਣਾ ਹੈ, ਸੋ ਪ੍ਰਭ ਸਿਮਰੋ ਸਦਾ ਅਨੂਪ, ਉਹਨੂੰ ਹਰ ਵੇਲੇ ਸਿਮਰ। ਹਜ਼ੂਰ ਕਹਿੰਦੇ ਨੇ ਜੇ ਪ੍ਰਸਾਦ ਤੇਰੀ ਨੀਕੀ ਜ਼ਾਤ, ਇਹਦਾ ਮਤਲਬ ਇਹ ਹੈ, ਇਹ ਇੰਗਲਿਸ਼ ਦੇ ਅਰਥ ਸਹੀ ਨਹੀਂ ਹੈਗੇ, ਜਾਤੀ ਦਾ ਮਤਲਬ ਹੈ ਮਨੁੱਖਾ ਜਾਤੀ। ਜਿੱਦਾਂ ਹੋਰ ਕਈ ਪ੍ਰਜਾਤੀਆਂ ਹੁੰਦੀਆਂ ਨਾ, ਉਹਨਾਂ ਦੇ ਵਿੱਚੋਂ ਸ਼੍ਰੋਮਣੀ ਕੌਣ ਹੋ ਗਿਆ? ਮਨੁੱਖਾ ਜਾਤੀ ਹੋ ਗਈ ਨਾ, ਜਿਹਦੀ ਕਿਰਪਾ ਦੇ ਨਾਲ ਤੈਨੂੰ ਆ ਮਨੁੱਖਾ ਜੀਵਨ ਮਿਲ ਗਿਆ ਹੈ, ਨੇਕੀ ਜ਼ਾਤ। ਇਹ ਕਾਸਟਿਜ਼ਮ ਦੀ ਗੱਲ ਨਹੀਂ ਹੈ। ਹਜ਼ੂਰ ਕਹਿੰਦੇ ਨੇ ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਦਿਨ ਰਾਤ ਉਸ ਮਾਲਕ ਦਾ ਸ਼ੁਕਰ ਕਰ ਜਿਹਨੇ ਤੈਨੂੰ ਆ ਸਰੀਰ ਦੇ ਦਿੱਤਾ ਤੇ ਜੀਵਨ ਦੇ ਦਿੱਤਾ। ਜੇ ਪ੍ਰਸਾਦ ਤੇਰੀ ਪਤ ਰਹਿ, ਮਰਦ ਕਹਿੰਦੇ ਜਿਹਦੀ ਕਿਰਪਾ ਦੇ ਨਾਲ ਸੰਸਾਰ ਦੇ ਵਿੱਚ ਤੇਰੀ ਇੱਜ਼ਤ ਬਣੀ ਰਹਿੰਦੀ ਹੈ। ਗੁਰ ਪ੍ਰਸਾਦ ਨਾਨਕ ਜਸ ਕਹੈ, ਗੁਰੂ ਦੀ ਕਿਰਪਾ ਦੇ ਨਾਲ ਵੱਡਿਆਂ ਭਾਗਾਂ ਵਾਲਾ ਬੰਦਾ ਉਸ ਮਾਲਕ ਦੇ ਜਸ ਨੂੰ ਕਹਿੰਦਾ ਹੈ। ਜੇ ਪ੍ਰਸਾਦ ਸੁਨਹਿ ਕਰਨ ਨਾਦ, ਜਿਹਦੀ ਕਿਰਪਾ ਦੇ ਨਾਲ ਕੰਨ ਆਵਾਜ਼ ਸੁਣ ਲੈਂਦੇ ਨੇ। ਕੰਨ ਤੇ ਬੜਿਆਂ ਦੇ ਹੁੰਦੇ ਪਰ ਕਈ ਬੋਲੇ ਵੀ ਹੁੰਦੇ ਨੇ, ਤੇ ਕਈਆਂ ਨੂੰ ਬਿਲਕੁਲ ਹੀ ਨਹੀਂ ਸੁਣਦਾ। ਇੱਕ ਤੇ ਹੁੰਦੇ ਨੇ ਵੀ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਸੁਣਦਾ, ਇੱਕ ਹੁੰਦੇ ਬਿਲਕੁਲ ਹੀ ਨਹੀਂ ਸੁਣਦਾ। ਕੰਨ ਉਹਨਾਂ ਦੇ ਸਾਡੇ ਵਰਗੇ। ਸਤਿਗੁਰੂ ਕਹਿੰਦੇ ਸ਼ੁਕਰ ਕਰ ਵੀ ਤੇਰੇ ਕੰਨ ਵੀ ਦਿੱਤੇ ਤੇ ਕੰਨਾਂ ਦੇ ਅੰਦਰ ਤਾਕਤ ਵੀ ਉਹਨੇ ਪਾਈ ਆ ਵੀ ਆਵਾਜ਼ ਸੁਣ ਲੈਂਦੇ ਨੇ। ਜੇ ਪ੍ਰਸਾਦ ਪੇਖੈ ਵਿਸਮਾਦ, ਜਿਹਦੀ ਕਿਰਪਾ ਦੇ ਨਾਲ ਆ ਤੂੰ ਵਿਸਮਾਦਿਤ ਸੰਸਾਰ, ਇੰਨਾ ਹੈਰਾਨ ਕਰਨ ਵਾਲਾ ਸੰਸਾਰ ਵੇਖ ਲੈਂਦਾ ਹੈ। ਜੇ ਪ੍ਰਸਾਦ ਬੋਲੇ ਹੈ ਅੰਮ੍ਰਿਤ ਰਸਨਾ, ਜਿਹਦੀ ਕਿਰਪਾ ਦੇ ਨਾਲ ਤੂੰ ਜ਼ੁਬਾਨ ਤੋਂ ਚੰਗੀਆਂ ਗੱਲਾਂ ਵੀ ਬੋਲ ਲੈਂਦਾ ਹੈ। ਜੇ ਪ੍ਰਸਾਦ ਸੁਖ ਸਹਿਜੇ ਬਸਣਾ, ਜਿਹਦੀ ਕਿਰਪਾ ਦੇ ਨਾਲ ਤੂੰ ਸੁਖ ਦੇ ਵਿੱਚ ਸਹਿਜ ਦੇ ਵਿੱਚ ਵਸਦਾ ਹੈ। ਜੇ ਪ੍ਰਸਾਦ ਹਸਤ ਕਰ ਚਲਹਿ, ਜਿਹਦੀ ਕਿਰਪਾ ਦੇ ਨਾਲ ਤੇਰੇ ਹੱਥ ਜਾਂ ਤੇਰੇ ਸਰੀਰ ਦੇ ਆ ਜਿਹੜੇ ਅੰਗ ਨੇ ਨਾ ਇਹ ਚੱਲਦੇ ਨੇ। ਜੇ ਪ੍ਰਸਾਦ ਸੰਪੂਰਨ ਫਿਲਾਂ, ਸੰਪੂਰਨ ਦਾ ਮਤਲਬ ਤੇਰੀ ਪੂਰੀ ਬਾਡੀ ਦਾ ਵਿਕਾਸ ਹੁੰਦਾ। ਮਾਲਕ ਨੇ ਨਾ ਹਰ ਇੱਕ ਤਰੀਕਿਆਂ ਦੀਆਂ ਚੀਜ਼ਾਂ ਪੈਦਾ ਕੀਤੀਆਂ ਨੇ ਤਾਂ ਕਿ ਅਸੀਂ ਸਮਝ ਲਈਏ ਵੀ ਸਾਡੇ ਲਈ ਉਹ ਗੱਲ ਕੀ ਹੈ। ਸਾਡਾ ਸਰੀਰ ਜਦੋਂ ਗਰੋਥ ਕਰਦਾ ਨਾ, ਤੇ ਬਚਪਨ ਦੇ ਵਿੱਚ ਆਪਣੇ ਸਰੀਰ ਦੀਆਂ ਫੋਟੋਆਂ ਅਸੀਂ ਵੇਖਾਂਗੇ ਤੇ ਹੁਣ ਵੇਖੋ ਨਾ ਸਾਰੀ ਬਾਡੀ ਨੇ ਇਕੁਅਲ ਗਰੋਥ ਕੀਤੀ। ਇਹ ਨਹੀਂ ਵੀ ਅਸੀਂ ਵੱਡੇ ਹੋ ਗਏ ਤੇ ਹੱਥ ਛੋਟੇ ਰਹਿ ਗਏ, ਜਾਂ ਸਿਰ ਇਕੱਲਾ ਹੀ ਵੱਡਾ ਹੋ ਗਿਆ ਤੇ ਅਸੀਂ ਛੋਟੇ ਹੀ ਰਹਿ ਗਏ। ਸਤਿਗੁਰੂ ਕਹਿੰਦੇ ਸੰਪੂਰਨ ਫਲੈਂ, ਫਲਣ ਦਾ ਮਤਲਬ ਹੁੰਦਾ ਵੀ ਤੂੰ ਪੂਰੀ ਗਰੋਥ ਬੜੇ ਆਰਾਮ ਦੇ ਨਾਲ ਕਰੀ ਜਾਣਾ। ਕਿਹਨੂੰ ਦਵਾਈਆਂ ਖਾਣੀਆਂ ਪਈਆਂ ਨੇ ਵੀ ਆਹ ਚੀਜ਼ ਜਿਹੜਾ ਹੈ ਵੀ ਮੇਰੀ ਇੱਥੇ ਗਰੋਥ ਇੱਦਾਂ ਹੋ ਗਈ। ਉਹ ਠੀਕ ਹੈ, ਮੈਡੀਕਲ ਸਾਇੰਸ ਕਰ ਸਕਦੀ ਹੈ ਇਹਨਾਂ ਚੀਜ਼ਾਂ ਨੂੰ ਤੇ ਕਰਦੀ ਹੈ, ਪਰ ਵੇਖੋ ਨਾ ਮੈਜੋਰਿਟੀ ਤੇ ਇਸ ਗੱਲ ਦੇ ਉੱਤੇ ਨਾ ਵੀ ਆਪਣੇ ਆਪ ਹੀ ਸਰੀਰ ਵੱਧ ਗਿਆ ਤੇ ਆਪਣੇ ਆਪ ਸਰੀਰ ਕਿਸੇ ਖਾਸ ਮੁਕਾਮ ਤੇ ਪਹੁੰਚ ਗਿਆ। ਹਜ਼ੂਰ ਕਹਿੰਦੇ ਉਹਦੀ ਕਿਰਪਾ ਹੈ। ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮਗਤ ਪਾਵੇਂ, ਜਿਹਦੀ ਕਿਰਪਾ ਦੇ ਨਾਲ ਤੂੰ ਉੱਚੀ ਅਵਸਥਾ ਹਾਸਲ ਕਰਦਾ ਹੈ। ਜੇ ਪ੍ਰਸਾਦ ਸੁਖ ਸਹਿਜ ਸਮਾਵੇਂ, ਬੜੇ ਸੁਖ ਦੇ ਨਾਲ ਆਰਾਮ ਦੇ ਨਾਲ ਤੂੰ ਜ਼ਿੰਦਗੀ ਜੀਂਦਾ ਹੈ। ਐਸਾ ਪ੍ਰਭ ਤਿਆਗ ਅਵਰ ਕਤ ਲਾਗੂ, ਇਹੋ ਜਿਹੇ ਵਾਹਿਗੁਰੂ ਨੂੰ ਛੱਡ ਕੇ ਤੇ ਹੋਰ ਕਿਸ ਪਾਸੇ ਲੱਗਾ ਰਹਿੰਦਾ ਹੈ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਇਹ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਦੇ ਵਿੱਚ ਜਾਗ, ਸੁਚੇਤ ਹੋ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਸੰਸਾਰ ਦੇ ਵਿੱਚ ਤੂੰ ਪ੍ਰਗਟ ਹੋ ਗਿਆ, ਮਤਲਬ ਲੋਕਾਂ ਨੇ ਤੇਰਾ ਮਾਣ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਦੇ ਵਿੱਚ ਤੇਰੀ ਮਸ਼ਹੂਰੀ ਹੋ ਗਈ। ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਉਸ ਮਾਲਕ ਨੂੰ ਬਿਲਕੁਲ ਨਾ ਮਨ ਤੋਂ ਭੁੱਲ। ਜੇ ਪ੍ਰਸਾਦ ਤੇਰਾ ਪ੍ਰਤਾਪ, ਜਿਹਦੀ ਕਿਰਪਾ ਦੇ ਨਾਲ ਤੇਰਾ ਪ੍ਰਤਾਪ ਹੈ, ਭਾਵ ਕਿ ਸੰਸਾਰ ਦੇ ਵਿੱਚ ਤੇਰਾ ਮਾਣ ਹੈ। ਰੇ ਮਨ ਮੂੜ
ਤੂੰ ਤਾਕੋ ਜਾਪ ਐ ਮੂਰਖ ਮਨ, ਇਹ ਨਾ ਕਹਿ ਵੀ ਮੈਂ ਬੜਾ ਵੱਡਾ ਹਾਂ, ਜਿਹਦੀ ਕਿਰਪਾ ਦੇ ਨਾਲ ਵੱਡਾ ਹੋਇਆ ਹੈ ਉਹਨੂੰ ਜਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਜਿਹਦੀ ਕਿਰਪਾ ਦੇ ਨਾਲ ਤੇਰੀ ਜ਼ਿੰਦਗੀ ਦੇ ਮਨੋਰਥ ਪੂਰੇ ਹੋ ਜਾਂਦੇ ਨੇ। ਤਿਸ ਹੈ ਜਾਨ ਮਨ ਸਦਾ ਹਜ਼ੂਰੇ, ਉਹਨੂੰ ਹਰ ਵੇਲੇ ਆਪਣੀ ਹਜ਼ੂਰੀ ਭਾਵ ਕਿ ਆਪਣੇ ਨੇੜੇ ਵਸਦਾ ਮਾਂ ਸਮਝ। ਜੇ ਪ੍ਰਸਾਦ ਤੂੰ ਪਾਵਹਿ ਸਾਚ, ਜਿਹਦੀ ਕਿਰਪਾ ਦੇ ਨਾਲ ਹਜ਼ੂਰ ਕਹਿੰਦੇ ਨੇ ਤੂੰ ਮਾਲਕ ਨੂੰ ਪ੍ਰਾਪਤ ਕਰ ਲੈਣਾ ਹੈ, ਸੱਚ ਦੇ ਨੇੜੇ ਹੋ ਜਾਂਦਾ ਹੈ। ਰੇ ਮਨ ਮੇਰੇ ਤੂੰ ਤਾਸਿਓ ਰਾਚ, ਐ ਮੇਰੇ ਮਨ ਤੂੰ ਉਹਦੇ ਨਾਲ ਰਚ, ਉਹਦੇ ਨਾਲ ਜੁੜ। ਜੇ ਪ੍ਰਸਾਦ ਸਭ ਕੀ ਗਤ ਹੋਏ, ਜਿਹਦੀ ਕਿਰਪਾ ਦੇ ਨਾਲ ਸਾਰੇ ਕਬੂਲ ਹੋ ਜਾਂਦੇ ਨੇ, ਸਾਰੇ ਹੀ ਪਾਰ ਹੋ ਜਾਂਦੇ ਨੇ। ਨਾਨਕ ਜਾਪ ਜਪੈ ਜਪ ਸੋਏ, ਉਸ ਮਾਲਕ ਦਾ ਜਾਪ ਕਰ। ਹਜ਼ੂਰ ਕਹਿੰਦੇ ਆਪ ਜਪਾਏ ਜਪੈ ਸੋ ਨਾਉ, ਆਪ ਮਾਲਕ ਜਾਪ ਕਰਾਵੇ ਤੇ ਫਿਰ ਹੀ ਜਾਪ ਹੋ ਸਕਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਵੀ ਸੁਖਮਨੀ ਸਾਹਿਬ ਕਰਨਾ ਹੈ ਤੇ ਕਹੀਏ ਵੀ ਰੱਬ ਕਰਾਵੇਗਾ ਤੇ ਫਿਰ ਹੀ ਕਰਾਂਗੇ। ਇਹਦਾ ਮਤਲਬ ਇਹ ਹੈ ਵੀ ਭਾਈ ਜੇ ਜਾਗ ਲਿਆਵੇਗਾ ਤੇ ਪਾਠ ਕਰਾਂਗੇ, ਜਾਗ ਹੀ ਨਾ ਆਏਗੀ ਤੇ ਫਿਰ ਕੀ ਕਰਾਂਗੇ। ਪਾਠ ਤੇ ਆਪ ਹੀ ਕਰਨਾ ਪੈਣਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ ਆਪ ਜਪਾਏ, ਮਾਲਕ ਆਪ ਜਪਾਵੇ ਤੇ ਉਹ ਬੰਦਾ ਫਿਰ ਨਾਮ ਜਪ ਸਕਦਾ ਹੈ। ਆਪ ਗਾਵਾਏ ਸੋ ਹਰ ਗੁਣ ਗਾਓ, ਇਹਨੂੰ ਗਵਾਏ ਨਹੀਂ ਪੜਾਂਗੇ, ਗੱਗੇ ਨੂੰ ਕੰਨਾ ਹੈ, ਆਪ ਜੀ ਪੜ੍ਹ ਸਕਦੇ ਹੋ। ਆਪ ਗਾਵਾਏ, ਰੱਬ ਆਪ ਗਾਵਾਏ ਤੇ ਉਹਦਿਆਂ ਗੁਣਾਂ ਨੂੰ ਗਾਇਆ ਜਾ ਸਕਦਾ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦੀ ਕਿਰਪਾ ਦੇ ਨਾਲ ਸਾਡੇ ਅੰਦਰ ਚੰਗੇ ਗੁਣਾਂ ਦਾ ਚਾਨਣ ਹੁੰਦਾ ਹੈ, ਚੰਗੇ ਗੁਣ ਆਉਂਦੇ ਨੇ। ਪ੍ਰਭੂ ਦਇਆ ਤੇ ਕਮਲ ਵਿਗਾਸ, ਉਲਟਿਆ ਹੋਇਆ ਸਾਡਾ ਜਿਹੜਾ ਕਮਲ ਮਨ ਹੈ ਨਾ ਉਹ ਸਿੱਧਾ ਹੋ ਜਾਂਦਾ ਹੈ। ਜਿਹਦੇ ਵਿੱਚ ਚੰਗੀਆਂ ਗੱਲਾਂ ਪਹਿਲਾਂ ਡੁੱਲਦੀਆਂ ਨੇ ਨਾ ਬਾਹਰ ਨੂੰ, ਜਦੋਂ ਮਾਲਕ ਇਸ ਮਨ ਨੂੰ ਸਿੱਧਾ ਕਰ ਦਿੰਦਾ ਹੈ, ਇਸ ਮਨ ਦੇ ਵਿੱਚ ਚੰਗੀਆਂ ਗੱਲਾਂ ਟਿਕਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਹਜ਼ੂਰ ਕਹਿੰਦੇ ਨੇ ਉਹ ਮਾਲਕ ਜਿਹਦੇ ਮਨ ਦੇ ਵਿੱਚ ਵਸਦਾ ਹੈ, ਉਹਦੇ ਮਨ 'ਚ ਵਸਦਾ ਹੈ, ਜਿਹਦੇ ਉੱਤੇ ਸੋ ਪ੍ਰਸੰਨ ਹੁੰਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਪ੍ਰਭ ਦਇਆ ਤੇ ਮਤ ਉੱਤਮ ਹੋਏ, ਮਾਲਕ ਕਿਰਪਾ ਕਰੇ ਤਾਂ ਮਤ ਉੱਚੀ ਹੋ ਜਾਂਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਇਹ ਵਾਹਿਗੁਰੂ ਸਾਰੇ ਖਜ਼ਾਨੇ ਇਹ ਤੇਰੀ ਹੀ ਕਿਰਪਾ ਹੈ। ਆਪੋਂ ਕਛੂ ਨਾ ਕਿਨਹੂ ਲਿਆ, ਆਪਣੀ ਕਿਸੇ ਦੀ ਕੀ ਹਿੰਮਤ ਹੈ ਵੀ ਕੋਈ ਇੰਨਾ ਕੁਝ ਪ੍ਰਾਪਤ ਕਰ ਲਵੇ। ਜਿਤ ਜਿਤ ਲਾਭ ਉਹ ਤਿਤ ਲੱਗੇ ਹੈ ਹਰ ਨਾਥ, ਐ ਵਾਹਿਗੁਰੂ ਤੂੰ ਜਿਸ ਪਾਸੇ ਜੀਵਾਂ ਨੂੰ ਲਾ ਦਿੰਦਾ ਹੈ, ਜੀਵ ਉਸ ਪਾਸੇ ਲੱਗ ਜਾਂਦੇ ਨੇ। ਨਾਨਕ ਇਨ ਕੈ ਕਛੂ ਨਾ ਹਾਥ, ਇਹਨਾਂ ਦੇ ਹੱਥ ਦੇ ਵਿੱਚ ਕੀ ਹੈ। ਮਤਲਬ ਇਹ ਹੈ ਕਿ ਜਿਹੋ ਜਿਹੇ ਕਰਮ ਕੀਤੇ ਰੱਬ ਨੇ ਉਹੋ ਜਿਹਾ ਰਿਜ਼ਲਟ ਦੇ ਕੇ ਤੇ ਸਾਨੂੰ ਉਸੇ ਪਾਸੇ ਲਾ ਦਿੱਤਾ। ਸ਼ਲੋਕ ਦਾ ਭਾਵ ਹੈ ਵੀ ਐ ਵਾਹਿਗੁਰੂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਮੇਰੇ ਅੰਦਰੋਂ ਜਿਹੜੀਆਂ ਮੇਰੀਆਂ ਕਮਜ਼ੋਰੀਆਂ ਨੇ, ਮੇਰੇ ਔਗਣ ਨੇ, ਉਹ ਦੂਰ ਹੋ ਜਾਣ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਬਖਸ਼ਿਸ਼ ਦੇ ਸਦਕਾ ਇਹ 6 ਅਸ਼ਟਪਦੀਆਂ ਅਸੀਂ ਵਿਚਾਰੀਆਂ ਨੇ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।